ਵਾਹਿਗੁਰੂ। ਸਾਹਿਬ ਜੀਓ, ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰਉ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ, ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਾਰ ਜੋਰੀ, ਨਾਮੋ ਕਾਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੁ ਤਾਰਾ ਤਾਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ, ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਪਹਿਲੇ ਦੇ ਨਾਮ ਪੂਜ ਕਰ ਕਹਿਓ, ਸੀਸ ਨਵਾਏ ਸਮੁਖ ਗੁਰ ਭਇਓ। ਆਨ ਪਰਿਓ ਮੈਂ ਰਾਮ ਸਰਣੀ, ਜਾਏ ਪ੍ਰਸੰਸਾ ਕਿਨ ਢਿਗ ਬਰਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਇਕਮਾਲ ਵਾਲੀਏ ਕੁਲ ਆਲਮ, ਪਤਿਤ ਪਾਵਨ ਭਗਤ ਵਸ਼ਲ। 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ, ਗਿਆਨ ਦੇ ਮੁਜੱਸਮੇ, ਕਲਯੁਗੀ ਜੀਵਾਂ ਨੂੰ ਤਾਰਨਹਾਰੇ, ਜਗਤ ਗੁਰੂ, ਸ਼ਬਦ ਗੁਰੂ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿੰਨਾਂ ਦੀ ਮੁਕੱਦਸ ਪਵਿੱਤਰ ਬਾਰਗਾਹ ਅੰਦਰ ਸ਼ਾਮ ਦੇ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ ਔਰ ਭਾਗਾਂ ਵਾਲੇ ਹਾਂ ਕਿ ਜਿਨ੍ਹਾਂ ਨੂੰ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਗੋਹੇ ਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਦਾਤਾ ਬੰਦੀ ਛੋੜ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ਼੍ਰੀ ਛੇ ਹਰਟਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਔਰ ਸਤ ਸੰਗਤ ਦੇ ਵਿੱਚ ਬੈਠਣ ਦਾ ਸੁਭਾਗ ਸਾਨੂੰ ਪ੍ਰਾਪਤ ਹੋ ਰਿਹਾ ਹੈ। ਗਰੀਬ ਨਿਵਾਜ ਰਹਿਮਤ ਕਰਨ, ਕਿਰਪਾ ਕਰਨ, ਸਭਨਾਂ ਦੀ ਸਤ ਸੰਗਤ ਔਰ ਯਾਤਰਾ ਸਫਲੀ ਕਰਨ। ਸਭ ਤੋਂ ਪਹਿਲਾਂ ਅਸੀਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਲੜੀਵਾਰ ਗੁਰ ਇਤਿਹਾਸ ਸਰਵਣ ਕਰਦੇ ਹਾਂ ਔਰ ਇਤਿਹਾਸ ਦੀ ਕਥਾ ਦੇ ਵਿੱਚ ਛੇਵੇਂ ਪਾਤਸ਼ਾਹ ਜਿਨ੍ਹਾਂ ਦੇ ਅਸਥਾਨ 'ਤੇ ਅਸੀਂ ਬੈਠੇ ਹੋਏ ਹਾਂ ਉਹਨਾਂ ਦਾ ਲੜੀਵਾਰ ਜੀਵਨ ਚੱਲ ਰਿਹਾ ਹੈ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਤੀਸਰਾ ਜੰਗ ਲੜਿਆ ਹੈ, ਜਿਸ ਦਾ ਕਾਰਨ ਬਣਿਆ ਹੈ ਕਿ ਗੁਰੂ ਕੀਆਂ ਸੰਗਤਾਂ ਦੇ ਵੱਲੋਂ ਜ਼ਾਲਮਾਂ ਨੇ ਲਾਹੌਰ ਦੀ ਧਰਤੀ 'ਤੇ ਕਦੇ 2 ਘੋੜੇ ਭੇਟਾ ਵਜੋਂ ਲਿਆਂਦੇ ਹੋਏ ਖੋਹ ਲਏ ਸਨ, ਜਿਨ੍ਹਾਂ ਨੂੰ ਵਾਰੀ-ਵਾਰੀ ਜਾ ਕਰਕੇ ਬਾਬਾ ਬਿਧੀ ਚੰਦ ਜੀ ਲੈ ਆਏ ਸਨ ਕਿਲੇ ਦੇ ਵਿੱਚੋਂ ਕੱਢ ਕੇ। ਪਰ ਬਾਦਸ਼ਾਹ ਇੰਨਾ ਕੁ ਜ਼ਿਆਦਾ ਭੜਕ ਗਿਆ, ਇੰਨਾ ਕੁ ਜ਼ਿਆਦਾ ਗੁੱਸੇ ਦੇ ਵਿੱਚ ਆ ਗਿਆ ਕਿ ਕਾਬੁਲ ਦਾ ਹਾਕਮ ਉਹਨੂੰ ਜਰਨੈਲ ਬਣਾ ਕਰਕੇ ਉਹਦੀ ਕਮਾਂਡ ਦੇ ਵਿੱਚ 35,000 ਦੀ ਬਹੁਤ ਵੱਡੀ ਸੈਨਾ ਤੇ ਭਾਰੀ ਬਰੂਦ ਦੇ ਨਾਲ, ਸ਼ਸਤਰਾਂ ਦੇ ਨਾਲ ਲੈਸ ਕਰਕੇ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਸਖਤ ਐਲਾਨ ਕਰਕੇ ਕਿ ਪਾਤਸ਼ਾਹ ਨੂੰ ਜੰਗ ਦੇ ਮੈਦਾਨ ਦੇ ਵਿੱਚ ਖਤਮ ਕਰ ਦੇਣਾ ਹੈ ਤੇ ਜਾਂ ਫਿਰ ਜੇ ਘੇਰਾ ਪੈ ਜਾਵੇ ਸਤਿਗੁਰੂ ਜੀ ਕਾਬੂ ਦੇ ਵਿੱਚ ਆ ਜਾਣ। ਤੇ ਬਾਦਸ਼ਾਹ ਨੇ ਆਖਿਆ ਏ, ਸ਼ਾਹਜਹਾਨ ਨੇ, ਹੇ ਲੱਲਾ ਬੇਗ, ਜੇ ਤੂੰ ਕਿਤੇ ਪਾਤਸ਼ਾਹ ਨੂੰ ਜਿਉਂਦਾ ਪਕੜ ਲਿਆਵੇਂ ਤੇ ਫਿਰ ਤੈਨੂੰ ਮੈਂ 4 ਗੁਣਾ ਵੱਧ ਵੱਡਾ ਜਿਹੜਾ ਅਹੁਦਾ ਦੇਵਾਂਗਾ, ਭਾਰੀ ਇਨਾਮ ਦੇਵਾਂਗਾ। ਬੜਾ ਹੰਕਾਰਿਆ ਹੋਇਆ ਲੱਲਾ ਬੇਗ ਬਾਦਸ਼ਾਹ ਦੇ ਹੁਕਮ ਦੇ ਵਿੱਚ ਦਿਨ ਰਾਤ ਲਗਾਤਾਰ ਸਫ਼ਰ ਕਰਕੇ, ਜਿਸ ਤਰ੍ਹਾਂ ਉਹਨੂੰ ਹੁਕਮ ਪਿੱਛੋਂ ਹੋਇਆ ਸੀਗਾ, ਕਿਤੇ ਵੀ ਠਹਿਰਿਆ ਨਹੀਂ ਹੈ। ਰਾਤ ਦਿਨ ਲਗਾਤਾਰ ਸਫ਼ਰ ਕਰਕੇ ਇਹ ਫਿਰ ਜਿੱਥੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਾਲਵੇ ਦੀ ਧਰਤੀ ਦੇ ਕੋਲ, ਮਾਲਵੇ ਦੀ ਧਰਤੀ 'ਤੇ ਗੁਰੂਸਰ ਮਹਾਰਾਜ ਜਿੱਥੇ ਹੁਣ ਨਗਰ ਵਸਿਆ ਹੋਇਆ ਹੈ, ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤਿਆਰੀ ਕਰਕੇ ਉੱਥੇ ਹਨ। ਮੋਰਚੇ ਪਾਤਸ਼ਾਹ ਜੀ ਨੇ ਵੀ ਗੱਡੇ ਹੋਏ ਹਨ, ਬਿਲਕੁਲ ਤਿਆਰੀ ਹੈ, ਰਾਏ ਜੋਧ ਨਾਲ ਹੈ। ਇੱਧਰ ਇਹ ਜਿਹੜੀ ਫੌਜ ਹੈ ਇਹ ਨਜ਼ਦੀਕ ਆ ਗਈ ਹੈ। ਇਹਨਾਂ ਨੇ ਇੱਕ ਦੂਤ ਭੇਜਿਆ ਹੈ, ਕਿਉਂਕਿ ਪਹਿਲੇ ਸਮੇਂ ਦੇ ਵਿੱਚ ਜਦੋਂ 2 ਸੈਨਾ ਇੱਕ ਦੂਜੇ ਦੇ ਨੇੜੇ ਜਾਂਦੀਆਂ ਸਨ ਤੇ ਇੱਕ ਵਿਰੋਧੀਆਂ ਦੀ ਸੈਨਾ ਦੇ ਵਰਗਾ ਪਹਿਰਾਵਾ ਪਾ ਕਰਕੇ ਉਹੋ ਜਿਹਾ ਭੇਸ ਬਣਾ ਕੇ ਕੋਈ ਨਾ ਕੋਈ ਦੂਤ ਵਿੱਚ ਛੱਡਿਆ ਜਾਂਦਾ ਸੀ ਕਿ ਅੰਦਾਜ਼ਾ ਲੱਗ ਜਾਵੇ ਕਿ ਜਿਨ੍ਹਾਂ ਦੇ ਨਾਲ ਅਸੀਂ ਜੰਗ ਕਰਨ ਲੱਗੇ ਹਾਂ ਉਹਨਾਂ ਦੀ ਤਾਕਤ ਕਿੰਨੀ ਕੁ ਵੱਡੀ ਹੈ, ਉਹਨਾਂ ਦੇ ਜਰਨੈਲ ਯੋਧੇ ਕਿਸ ਤਰ੍ਹਾਂ ਦੇ ਹਨ, ਉਹਨਾਂ ਦੇ ਦਲ ਕਿਹੋ ਜਿਹੇ ਹਨ ਤੇ ਦਲਾਂ ਦੇ ਕੋਲ ਸ਼ਸਤਰ ਕਿਹੋ ਜਿਹੇ ਹਨ, ਉਹਨਾਂ ਦੀ ਰਣਨੀਤੀ ਕੀ ਹੈ। ਇਹ ਸਾਰਾ ਕੁਝ ਸਮਝਣ ਵਾਸਤੇ ਕੁਝ ਦੂਤ ਛੱਡੇ ਜਾਂਦੇ ਸਨ ਤੇ
ਪਿਛਲੇ ਪ੍ਰਸੰਗ ਦੇ ਵਿੱਚ ਆਪ ਜੀ ਸਰਵਣ ਕਰ ਰਹੇ ਸੀ, ਇੱਕ ਹਸਨ ਖਾਨ ਨਾਮੀ ਜਿਹੜਾ ਦੂਤ ਹੈ, ਇਹਨੂੰ ਲੱਲਾ ਬੇਗ ਨੇ ਭੇਜਿਆ ਹੈ। ਇਹ 6ਵੇਂ ਪਾਤਸ਼ਾਹ ਜੀ ਦਾ ਜਿਹੜਾ ਵੱਡਾ ਦਲ ਹੈ, ਉਹਦੇ ਵਿੱਚ ਖਬਰ ਲੈਣ ਵਾਸਤੇ, ਅੰਦਾਜ਼ਾ ਲਾਉਣ ਵਾਸਤੇ ਕਿੰਨੀ ਕੁ ਸੈਨਾ ਹੈ ਅਤੇ ਕਿਸ ਤਰ੍ਹਾਂ ਦੀ ਤਿਆਰੀ ਹੈ, ਕਿੰਨੇ ਕੁ ਵੱਡੇ ਹੌਸਲੇ ਹਨ, ਉਹ ਦੇਖਣ ਵਾਸਤੇ ਇਹ ਆਇਆ ਹੈ। ਪਰ ਰਾਏ ਜੋਧ ਨੇ ਸਿਆਣ ਲਿਆ ਕਿ ਬੰਦਾ ਸਾਡਾ ਨਹੀਂ ਹੈ। ਇਹਨੂੰ ਸ਼ੱਕ ਪੈ ਗਿਆ ਹੈ। ਇਹਨਾਂ ਨੇ ਸੋਧਾ ਲਾਇਆ ਅਤੇ ਮੰਨ ਗਿਆ, ਮੁਆਫੀ ਮੰਗੀ ਇਹਨੇ ਅਤੇ ਸਤਿਗੁਰਾਂ ਨੇ ਛੱਡ ਦਿੱਤਾ ਹੈ। ਅਤੇ ਪਰ ਇਹਨੇ ਦੇਖ ਲਿਆ ਕਿ ਸਤਿਗੁਰਾਂ ਦੇ ਪਾਸ ਸੈਨਾ ਬਹੁਤ ਤਗੜੀ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਜਿਹੜੇ ਯੋਧੇ ਹਨ, ਉਹਨਾਂ ਦੇ ਹੌਸਲੇ ਬੜੇ ਤਗੜੇ ਹਨ। ਔਰ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਇੱਕ ਜਰਨੈਲ ਜਿਹੜਾ ਤਿਆਰ ਬਰ ਤਿਆਰ ਹੈ। ਅਤੇ ਦੂਸਰੇ ਪਾਸੇ ਇਹ ਲਾਹੌਰ ਤੋਂ ਜਿਹੜੀ ਬਾਦਸ਼ਾਹੀ ਸੈਨਾ ਹੈ, ਇਹ ਭਾਵੇਂ ਗਿਣਤੀ ਦੇ ਵਿੱਚ ਵੱਡੀ ਹੈ, ਪਰ ਇੱਕ ਤਾਂ ਇਹਨਾਂ ਨੂੰ ਆਪਣੀ ਗਿਣਤੀ ਦਾ ਬੜਾ ਵੱਡਾ ਹੰਕਾਰ ਹੈ ਕਿ ਅਸੀਂ ਗਿਣਤੀ ਦੇ ਵਿੱਚ ਵੱਧ ਹਾਂ, ਅਤੇ ਦੂਸਰਾ ਦਿਨ ਰਾਤ ਲਗਾਤਾਰ ਸਫ਼ਰ ਕਰਦੇ ਕਰਦੇ ਥੱਕ ਗਏ ਹਨ। ਤੀਸਰਾ, ਇਹਨਾਂ ਨੂੰ ਰੱਜਵਾਂ ਕਿਤੋਂ ਭੋਜਨ ਵੀ ਨਹੀਂ ਪ੍ਰਾਪਤ ਹੋਇਆ, ਖਾਣ ਪੀਣ ਦਾ ਵੀ ਇਹਨਾਂ ਦੇ ਕੋਲ ਦਿਨ ਰਾਤ ਸਫ਼ਰ ਕਰਕੇ ਅਤੇ ਕੋਈ ਪ੍ਰਬੰਧ ਨਹੀਂ, ਭੁੱਖੇ ਹਨ। ਅਤੇ ਤੀਸਰਾ, ਸਰਦੀ ਵੀ ਅੱਤ ਦੀ ਹੈ, ਬਹੁਤ ਜ਼ਿਆਦਾ ਠੰਡ ਹੈ, ਜਿਹਦੇ ਕਰਕੇ ਜਦੋਂ ਇਹ ਮਹਾਰਾਜ ਦੇ ਕੋਲ ਪਹੁੰਚੇ ਹਨ, ਉੱਥੋਂ ਤੱਕ ਜਾਂਦਿਆਂ ਜਾਂਦਿਆਂ ਭਾਰੀ ਥਕਾਵਟ ਹੈ, ਥੱਕੇ ਹੋਏ ਹਨ, ਠੰਡ ਦੇ ਨਾਲ ਮਾਰੇ ਹੋਏ ਹਨ, ਅਤੇ ਜੰਗ ਕਰਨ ਦੀ ਸਥਿਤੀ ਦੇ ਵਿੱਚ ਨਹੀਂ, ਹਾਲਾਤ ਜੰਗ ਵਾਲੇ ਨਹੀਂ ਸਨ। ਜਿਵੇਂ ਜੰਗੀ ਜਰਨੈਲਾਂ ਦੀ ਤਿਆਰੀ ਹੁੰਦੀ ਹੈ, ਬਾਜ ਵਰਗੀ ਤੇਜ਼ ਅੱਖ ਹੁੰਦੀ ਹੈ, ਪਰ ਜੇ ਪਹਿਲਾਂ ਹੀ ਥੱਕ ਗਏ ਹਨ ਆਉਂਦਿਆਂ ਆਉਂਦਿਆਂ, ਦਰਿਆ ਪਾਰ ਕਰਦਿਆਂ ਕਰਦਿਆਂ। ਹੁਣ ਜਦੋਂ ਦੂਤ ਸਤਿਗੁਰਾਂ ਦੀ ਫੌਜ ਦਾ ਹੌਸਲਾ ਦੇਖ ਕੇ ਗਿਆ ਹੈ, ਇਹਨੇ ਜਾ ਕੇ ਫਿਰ ਲੱਲਾ ਬੇਗ ਨੂੰ ਆਖਿਆ ਹੈ, ਕਹਿਣ ਲੱਗਾ ਸਤਿਗੁਰੂ ਜੀ ਤਾਂ ਪੂਰੇ ਤਿਆਰ ਬਰ ਤਿਆਰ ਹਨ। ਇਹਨੇ ਜਦੋਂ 6ਵੇਂ ਪਾਤਸ਼ਾਹ ਜੀ ਦੀ ਜਾ ਕੇ ਉੱਤੇ ਸਿਫਤ ਕੀਤੀ ਹੈ, ਵਡਿਆਈ ਕੀਤੀ ਹੈ, ਅਤੇ ਲੱਲਾ ਬੇਗ ਅਤੇ ਉਹਦੇ ਜਰਨੈਲਾਂ ਨੇ ਸਮਝਿਆ ਹੈ ਕਿ ਭਾਈ ਇਹ ਸਤਿਗੁਰਾਂ ਦੀ ਸਿਫਤ ਕਰਕੇ ਅਤੇ ਸਾਡੇ ਜਰਨੈਲਾਂ ਦੇ ਹੌਸਲੇ ਪ੍ਰਸਤ ਕਰ ਰਿਹਾ, ਖਤਮ ਕਰ ਰਿਹਾ, ਤੋੜ ਰਿਹਾ ਹੈ। ਉਹਨਾਂ ਨੇ ਇਹਨੂੰ ਸੋਧਾ ਲਾਇਆ, ਬੁਰਾ ਭਲਾ ਆਖਿਆ, ਬਹੁਤ ਗਲਤ ਵਿਹਾਰ ਕਰਕੇ ਅਤੇ ਆਪਣੀ ਸੈਨਾ ਦੇ ਵਿੱਚੋਂ ਕੱਢ ਦਿੱਤਾ ਹੈ ਕਿ ਭਾਈ ਤੂੰ 6ਵੇਂ ਪਾਤਸ਼ਾਹ ਜੀ ਉਸਤਤ ਕਰ ਰਹੇ ਹੋ, ਸਾਡਾ ਵਿਰੋਧੀ ਹੈ, ਸਾਡਾ ਦੁਸ਼ਮਣ ਹੈ। ਅਤੇ ਇੱਕ ਹੋਰ ਵੀ ਖਿਆਲ ਹੁੰਦਾ ਸੀਗਾ, ਦੇਖੋ ਜਿਹੜੇ ਯੁੱਧ ਹਨ ਇਹ ਹੌਸਲੇ ਦੇ ਨਾਲ, ਤਾਕਤ ਦੇ ਨਾਲ ਲੜੇ ਜਾਂਦੇ ਹਨ, ਹੱਲਾਸ਼ੇਰੀ ਦੇ ਨਾਲ। ਪਰ ਜੇ ਹੌਸਲਾ ਹੀ ਪਹਿਲਾਂ ਡੋਲ ਜਾਵੇ, ਮਨ ਹੀ ਢਹਿ ਜਾਵੇ, ਅਤੇ ਅੱਧਾ ਜੰਗ, ਅੱਧਿਓਂ ਜ਼ਿਆਦਾ ਜੰਗ ਤਾਂ ਉਦੋਂ ਹੀ ਹਾਰਿਆ ਜਾਂਦਾ ਜਦੋਂ ਹੌਸਲੇ ਖਤਮ ਹੋ ਜਾਣ। ਹੁਣ ਇਹ ਗੁੱਸੇ ਦੇ ਵਿੱਚ ਆ ਗਏ, ਇਹਨਾਂ ਹਸਨ ਖਾਨ ਨੂੰ ਸਜ਼ਾ ਦਿੱਤੀ, ਬਾਹਰ ਕੱਢ ਦਿੱਤਾ ਹੈ, ਅਤੇ ਹਸਨ ਖਾਨ ਦਾ ਹੁਣ ਕੋਈ ਹੌਸਲਾ, ਕੋਈ ਆਸਰਾ ਨਹੀਂ ਰਹਿ ਗਿਆ। ਮੈਂ ਕਿੱਧਰ ਜਾਵਾਂ? ਇਹਦੇ ਮਨ ਦੇ ਵਿੱਚ ਫਿਰ ਵਿਚਾਰ ਆਇਆ ਕਿ ਮੈਂ 6ਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਚੱਲਦਾ ਹਾਂ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾਂਦਾ ਹਾਂ। ਇਹ ਫਿਰ ਹੋਰ ਕੋਈ ਰਸਤਾ ਨਾ ਸੁਝਦਾ ਹੋਣ ਕਰਕੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਇਆ ਹੈ। ਆਓ ਇਸ ਤੋਂ ਅਗਲੇਰਾ ਜਿਹੜਾ ਇਤਿਹਾਸ ਹੈ, ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਅਗਲੇਰਾ ਪ੍ਰਸੰਗ ਸਰਵਣ ਕਰਦੇ ਹਾਂ। ਇਤਿਹਾਸ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ ਹੋਏ ਸਤਿਕਾਰ ਸਹਿਤ ਫਤਿਹ ਬੁਲਾਵੋ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਕਹਿਣ ਲੱਗੇ ਕਿ ਭਾਈ ਕਹੇ ਨਿਜ ਨਾਮ ਬੂਝ ਕਰ ਕਹਿਓ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਦੁਬਾਰਾ ਇਹ ਦੂਤ ਹਸਨ ਖਾਂ ਆਇਆ ਹੈ ਅਤੇ ਨਿਮਰਤਾ ਦੇ ਨਾਲ ਆਪਣਾ ਨਾਮ ਦੱਸ ਕੇ ਬੇਨਤੀ ਕਰਦਾ ਹੈ ਅਤੇ ਬੜੇ ਪਿਆਰ ਦੇ ਨਾਲ ਲਾਚਾਰ ਹੋ ਚੁੱਕਾ ਹੈ ਹੁਣ, ਅਤੇ ਬੜੇ ਪ੍ਰੇਮ ਦੇ ਨਾਲ ਸੀਸ ਨਿਵਾ ਕਰਕੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਫਿਰ ਹਾਜ਼ਰ ਹੋਇਆ ਹੈ। ਹੇ ਮਾਲਕ ਜੀ, ਹੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ,
ਮੈਂ ਹੁਣ ਤੁਹਾਡੇ ਚਰਨਾਂ ਦੇ ਵਿੱਚ ਸਾਰਾ ਕੁਝ ਛੱਡ ਕੇ ਆ ਗਿਆ ਹਾਂ। ਪ੍ਰਸੰਸਾ ਤਿਨ ਵਰਨੀ, ਤੇ ਕਹਿਣ ਲੱਗੇ ਕਿ ਜਾਏ ਪ੍ਰਸ਼ੰਸਾ ਤਿੰਨ ਢਿੱਗ ਬਰਨੀ। ਔਰ ਇਹਨੇ ਫਿਰ ਜਾ ਕੇ ਦੱਸਿਆ ਹੈ, ਕਹਿਣ ਲੱਗਿਆ हे ਪਾਤਸ਼ਾਹ ਗਰੀਬ ਨਿਵਾਜ, ਮੈਂ ਜਾ ਕਰਕੇ ਤੁਹਾਡੇ ਘਰ ਦੀ ਸਿਫਤ ਜਦੋਂ ਲੱਲਾ ਬੇਗ ਤੇ ਉਹਦੇ ਸਾਥੀਆਂ ਦੇ ਨਾਲ ਕੀਤੀ ਹੈ, ਪਰ ਉਹ ਸਤਿਗੁਰੂ ਜੀ ਬਹੁਤ ਗੁਮਾਨ ਦੇ ਵਿੱਚ, ਹੰਕਾਰ ਦੇ ਵਿੱਚ ਭਰੇ ਹੋਏ ਸਨ। ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਤੁਹਾਡੇ ਘਰ ਦੀ ਜਿਹੜੀ ਸਿਫਤ ਹੈ, ਤੁਹਾਡੇ ਯੋਧਿਆਂ ਦੀ ਜਿਹੜੀ ਵੀਰਤਾ ਹੈ, ਤਿਆਰੀ ਹੈ, ਜਦੋਂ ਮੈਂ ਉੱਥੇ ਜਾ ਕੇ ਦੱਸੀ ਹੈ ਤੇ ਉਹਨਾਂ ਦੇ ਕੋਲੋਂ ਸਹੀ ਨਹੀਂ ਗਈ ਹੈ। ਤੇ ਪਾਤਸ਼ਾਹ ਮੈਨੂੰ ਮਾਰਿਆ ਹੈ, ਸਜ਼ਾ ਦਿੱਤੀ ਹੈ ਤੇ ਬਹੁਤ ਮਾੜੇ ਬੋਲ ਬੋਲੇ ਗਏ ਹਨ। ਔਰ ਇਹ ਸਤਿਗੁਰੂ ਜੀ ਮੈਂ ਫਿਰ ਉੱਥੋਂ ਉਹਨਾਂ ਨੇ ਮੈਨੂੰ ਸੈਨਾ ਦੇ ਵਿੱਚੋਂ ਕੱਢ ਦਿੱਤਾ ਹੈ। ਤੇ ਸਤਿਗੁਰੂ ਜੀ ਸਾਰਾ ਕੁਝ ਛੱਡ ਕੇ ਇਹ ਛੇਵੇਂ ਪਾਤਸ਼ਾਹ ਗਰੀਬ ਨਿਵਾਜ ਮੈਂ ਤੁਹਾਡੇ ਚਰਨਾਂ ਦੇ ਵਿੱਚ ਆਉਣਾ ਹੀ ਭਲਾ ਸਮਝਿਆ, ਮੇਰਾ ਹੋਰ ਕੋਈ ਆਸਰਾ ਨਹੀਂ ਰਹਿ ਗਿਆ। ਇਸ ਕਰਕੇ ਸਤਿਗੁਰੂ ਜੀ ਮੇਰੀ ਲਾਜ ਰੱਖੋ ਜੀ। ਤੇ ਪਾਤਸ਼ਾਹ ਮੇਰਾ ਹੋਰ ਕੋਈ ਵੀ ਆਸਰਾ ਨਹੀਂ ਰਹਿ ਗਿਆ ਹੈ। ਗਰੀਬ ਨਿਵਾਜ ਸਤਿਗੁਰੂ ਜੀ ਹੁਣ ਮੇਰਾ ਕੋਈ ਹੋਰ ਸਹਾਰਾ ਨਹੀਂ ਹੈ। ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ, ਤੇ ਹੇ ਸਤਿਗੁਰੂ ਜੀ ਕਿਰਪਾ ਨਿਧਾਨ ਕਿਰਪਾ ਸੁਨ ਕਰੀ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਆ ਕਰਕੇ ਜਦੋਂ ਹਸਨ ਖਾਂ ਦੂਤ ਨੇ ਇਸ ਤਰ੍ਹਾਂ ਬੇਨਤੀ ਕੀਤੀ ਹੈ, ਤੇ ਛੇਵੇਂ ਪਾਤਸ਼ਾਹ ਜੀ ਗਰੀਬ ਨਿਵਾਜ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਾਹੋ ਪਾਰਿ ਉਪਕਾਰੀ। ਅਸੀਂ ਕਈ ਵਾਰੀ ਇਹ ਸਤਿਗੁਰਾਂ ਦੇ ਬਚਨ ਦੁਹਰਾਉਂਦੇ ਹਾਂ ਕਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਬਹੁਤ ਵੱਡੇ ਯੋਧੇ ਹਨ ਗਰੀਬ ਨਿਵਾਜ, ਤੇ ਉੱਥੇ ਨਾਲ ਸਤਿਗੁਰੂ ਜੀ ਉਤਨੇ ਹੀ ਵੱਡੇ ਪਾਰਿ ਉਪਕਾਰੀ ਵੀ ਹਨ। ਜਿੱਥੇ ਉਹਨਾਂ ਦਾ ਵੀਰ ਰਸੀ ਵੱਡਾ ਸੁਭਾਅ ਹੈ, ਉੱਥੇ ਉਹਨਾਂ ਦੇ ਅੰਦਰ ਸ਼ਾਂਤੀ ਤੇ ਦਇਆ ਪਾਰਿ ਉਪਕਾਰ ਵੀ ਉਤਨਾ ਹੀ ਵੱਡਾ ਹੈ। ਜਦੋਂ ਆ ਕੇ ਹਸਨ ਖਾਨ ਨੇ ਬੇਨਤੀ ਕੀਤੀ ਹੈ ਤੇ ਸਤਿਗੁਰਾਂ ਨੇ ਉਹਨੂੰ ਬਖਸ਼ਿਆ ਹੈ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿਣ ਲੱਗੇ ਕਿ ਭਾਈ ਸਾਡੇ ਕਰਕੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਇਹਨੇ ਜਾ ਕੇ ਉੱਥੇ ਸਿਫਤ ਕੀਤੀ ਹੈ, ਹਮ ਹਿਤ ਲਖਿਓ ਮਾਰ ਇਸ ਭਰੀ, ਸਾਡੇ ਕਰਕੇ ਇਹਨੂੰ ਭਾਰੀ ਸਜ਼ਾ ਮਿਲੀ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸਿਫਤ ਕਰਕੇ ਇਹਨੂੰ ਸੈਨਾ ਦੇ ਵਿੱਚੋਂ ਕੱਢਿਆ ਗਿਆ ਹੈ। ਤੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੇ ਮਿੱਠੇ ਬਚਨ ਕਰਕੇ ਤੇ ਉਸ ਵੇਲੇ ਹਸਨ ਖਾਨ ਨੂੰ ਧੀਰਜ ਦਿੱਤਾ ਹੈ। ਤੇ ਕਹਿਣ ਲੱਗੇ ਕਿ ਭਾਈ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ, ਤੂੰ ਇੱਥੇ ਖੜ ਕੇ ਤੈਨੂੰ ਕੋਈ ਕੁਛ ਨਹੀਂ ਕਹੇਗਾ, ਤੇ ਸਾਡੇ ਵਾਲੇ ਖੜ ਕੇ ਹੁਣ ਤੂੰ ਜੰਗ ਦਾ ਨਜ਼ਾਰਾ ਦੇਖ। ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਰਾਏ ਜੋਧ ਕੋਲ ਹੀ ਬੈਠਾ ਹੋਇਆ ਹੈ। ਤੇ ਇਹ ਸਾਰਾ ਕੁਛ ਦੇਖ ਕੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ। ਤੇ ਕਹਿਣ ਲੱਗਿਆ ਹੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਨੇਕੀ, ਕਹਿਣ ਲੱਗੇ ਕਿ ਭਾਈ ਛਲ ਕੋ ਕਰਤ ਰਹਿ ਦਲ ਬੀਚ। ਹੇ ਪਾਤਸ਼ਾਹ ਗਰੀਬ ਨਿਵਾਜ ਇਹ ਚੰਗਾ ਨਹੀਂ ਹੈ, ਇਹਨੂੰ ਇੱਥੇ ਆਸਰਾ ਦੇਣਾ। ਛਲ ਕੋ ਕਰਤ ਰਹਿ ਦਲ ਬੀਚ। ਹੇ ਪਾਤਸ਼ਾਹ ਜਦੋਂ ਜਦੋਂ ਇਹ ਸਾਡੀ ਸੈਨਾ ਦੇ ਵਿੱਚ ਰਹੇਗਾ, ਮੈਨੂੰ ਸ਼ੱਕ ਪੈਂਦਾ ਹੈ ਇਹ ਸੈਨਾ ਦੇ ਵਿੱਚ ਰਹਿ ਕਰਕੇ ਛਲ ਕਰੇਗਾ, ਸਾਡੀ ਸੈਨਾ ਦੀ ਖਬਰ ਉੱਥੇ ਭੇਜੇਗਾ। ਹੋ ਸਕਦਾ ਕੋਈ ਚਾਲ ਹੋਵੇ, ਉਹਨਾਂ ਦੀ ਕੋਈ ਚਾਲ ਹੋਵੇ ਤੇ ਕਿਸੇ ਚਾਲ ਦੇ ਤਹਿਤ ਇੱਥੇ ਆਇਆ ਹੋਵੇ ਖਬਰ ਪਹੁੰਚਾਉਣ ਵਾਸਤੇ।
ਗਰੀਬ ਨਿਵਾਜ ਸਤਿਗੁਰੂ ਜੀ ਇਹਨੂੰ, ਇਹ ਹਸਨ ਖਾਂ ਦੂਤ ਨੂੰ ਇੱਥੇ ਨਹੀਂ ਰੱਖਣਾ ਚਾਹੀਦਾ ਹੈ। ਤੇ ਸਤਿਗੁਰੂ ਜੀ ਇੱਥੇ ਰਹਿ ਕਰਕੇ ਸਮੇਂ ਸਮੇਂ ਦੇ ਨਾਲ ਜਿਹੜੀ ਸਾਡੀ ਤਿਆਰੀ ਹੋਏਗੀ ਉਹਦਾ ਭੇਦ ਇਹ ਸਾਰਾ ਉੱਥੇ ਦੁਸ਼ਮਣਾਂ ਦੇ ਵਿੱਚ ਪਹੁੰਚਾ ਦੇਗਾ। ਤੇ ਕਹਿਣ ਲੱਗੇ ਕਿ ਉਸ ਵੇਲੇ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰਾਏ ਜੋਧ ਦੇ ਵਿਚਾਰ ਸੁਣ ਕੇ ਪ੍ਰਸੰਨ ਹੋਏ ਤੇ ਇਸ ਤਰ੍ਹਾਂ ਕਹਿਣ ਲੱਗੇ ਹਨ। ਤੇ ਕਹਿਣ ਲੱਗੇ ਹੇ ਰਾਏ ਜੋਧ, ਇਸ ਦੂਤ ਨੇ ਉੱਥੇ ਜਾ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸਿਫਤ ਕੀਤੀ ਹੈ, ਵਡਿਆਈ ਕੀਤੀ ਹੈ। ਤੇ ਕਹਿਣ ਲੱਗੇ ਇਹ ਸੁਣ ਕੇ ਉਹ ਸਹਾਰ ਨਹੀਂ ਸਕੇ। ਹਮ ਜਸ ਸੁਨ ਹੋਏ ਤੁਰਕ ਕਰੋਧ, ਸਾਡੀ ਸੈਨਾ ਦੀ ਜਿਹੜੀ ਤਿਆਰੀ ਹੈ, ਸਾਡੀ ਸੈਨਾ ਦਾ ਜਿਹੜਾ ਜੋਸ਼ ਹੈ, ਵੀਰ ਹੈ, ਉਹ ਸੁਣ ਕੇ ਉਹ ਦੁਸ਼ਮਣ ਕ੍ਰੋਧ ਦੇ ਵਿੱਚ ਆ ਗਏ ਹਨ। ਤੇ ਕਹਿਣ ਲੱਗੇ ਜਿਹੜਾ ਕੋਈ ਪੁਰਸ਼ ਜਦੋਂ ਵੀ ਆ ਕਰਕੇ ਸਾਡੀ ਸ਼ਰਨ ਦੇ ਵਿੱਚ ਪੈਂਦਾ ਹੈ, ਹੇ ਰਾਏ ਜੋਧ, ਆਨ ਪਰੈ ਜੋ ਸ਼ਰਨ ਜਦਾਈ, ਜਦੋਂ ਵੀ ਕੋਈ ਕਦੋਂ ਵੀ ਜਦੋਂ ਵੀ ਕੋਈ ਆ ਕੇ ਡਿੱਗੇਗਾ ਔਰ ਆਪਣੀ ਭੁੱਲ ਬਖਸ਼ਾਏਗਾ ਤੇ ਸਾਡੇ ਚਰਨਾਂ ਦੇ ਵਿੱਚੋਂ ਕੋਈ ਆਸ ਰੱਖ ਕੇ ਆ ਕੇ ਡਿੱਗੇਗਾ। ਤੇ ਸਤਿਗੁਰੂ ਜੀ ਕਹਿਣ ਲੱਗੇ ਹੇ ਰਾਏ ਜੋਧ, ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ। ਇੱਥੇ ਜਦੋਂ ਜਦੋਂ ਵੀ ਕੋਈ ਵੀ ਆ ਕੇ ਡਿੱਗਿਆ ਹੈ, ਝੁਕਿਆ ਹੈ, ਤੇ ਉਹਦੀ ਲਾਜ ਰੱਖੀ ਗਈ ਹੈ, ਉਹਨੂੰ ਬਖਸ਼ਿਆ ਗਿਆ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਬਿਰਧ ਹੀ ਇਸ ਤਰ੍ਹਾਂ ਦਾ, ਸੁਭਾਅ ਹੀ ਇਸ ਤਰ੍ਹਾਂ ਦਾ ਹੈ। ਜਦੋਂ ਜਦੋਂ ਸਾਡੀ ਸ਼ਰਨ ਦੇ ਵਿੱਚ ਕੋਈ ਆਏਗਾ ਤੇ ਅਸੀਂ ਤਾਂ ਉਹਨੂੰ ਬਖਸ਼ਾਂਗੇ, ਅਸੀਂ ਜ਼ਰੂਰ ਉਹਦਾ ਭਲਾ ਕਰਾਂਗੇ। ਆਨ ਪਰੈ ਜੋ ਸ਼ਰਨ ਜਦਾਈ, ਨਹਿ ਤਿਆਗਨ ਮੈਂ ਕਰੂੰ ਕਦਾਈ, ਮੈਂ ਕਦੇ ਵੀ ਉਹਨੂੰ ਵਾਪਸ ਨਹੀਂ ਮੋੜਾਂਗਾ, ਮੈਂ ਕਦੀ ਉਹਦੇ ਵੱਲ ਪਿੱਠ ਨਹੀਂ ਕਰਾਂਗਾ। ਜਿਹੜਾ ਆ ਕੇ ਬੇਨਤੀ ਕਰੇਗਾ ਉਹਦੀ ਲਾਜ ਰੱਖਾਂਗੇ। ਤੇ ਜੇ ਮੈਂ ਇਸ ਲੋਕ ਦੇ ਵਿੱਚ, ਇਸ ਮੈਦਾਨ ਦੇ ਵਿੱਚ ਰੱਖਿਆ ਨਾ ਕਰ ਸਕਿਆ, ਦੇਖੋ ਗੁਰੂ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਸਤਿਗੁਰੂ ਜੀ ਇੱਥੇ ਉੱਥੇ ਰਖਵਾਲਾ, ਮਾਲਕ ਇਸ ਤਰ੍ਹਾਂ ਦਾ ਹੈ, ਇੱਥੇ ਤੇ ਉੱਥੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ ਵਾਲਾ ਹੈ। ਹੇ ਰਾਏ ਜੋਧ, ਜੇ ਕਿਤੇ ਮੈਂ ਇਹਨਾਂ ਦੁਸ਼ਮਣਾਂ ਤੋਂ ਆਪਣੀ ਸ਼ਰਨ ਦੇ ਵਿੱਚ ਆਇਆ ਜਿਹੜਾ ਪੁਰਸ਼ ਹੈ, ਉਹਦੀ ਲਾਜ ਨਹੀਂ ਰੱਖਾਂਗਾ। ਤੇ ਕਹਿਣ ਲੱਗੇ ਜਮਾਂ ਦੇ ਜਿਹੜੇ ਦੂਤ ਹਨ ਜਾਂ ਹੋਰ ਵਿਕਾਰ ਹਨ, ਉਹਨਾਂ ਤੋਂ ਫਿਰ ਕਿਵੇਂ ਬਚਾਅ ਹੋਏਗਾ। ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਇੱਥੇ ਜਿਹੜਾ ਵੀ ਆਏਗਾ ਉਹਦੀ ਲਾਜ ਰੱਖੀ ਜਾਏਗੀ। ਕੋਈ ਸੰਸਾਰ ਦੇ ਸੁੱਖ ਮੰਗਦਾ ਹੈ, ਕੋਈ ਸੰਸਾਰ ਦੇ ਦੁੱਖਾਂ ਤੋਂ ਬਚਣਾ ਚਾਹੁੰਦਾ ਹੈ, ਕੋਈ ਲੋਕ ਦੇ ਸੁੱਖ ਤੇ ਕੋਈ ਪਰਲੋਕ ਦੇ ਸੁੱਖ ਮੰਗਦਾ ਹੈ। ਇੱਥੇ ਹਰ ਤਰ੍ਹਾਂ ਦੇ ਆਨੰਦ ਗੁਰੂ ਕੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੁੰਦੇ ਹਨ। ਤੇ ਕਹਿਣ ਲੱਗੇ ਕਿ ਭਾਈ ਇਹ ਗੁਰੂ ਘਰ ਦਾ ਬਿਰਧ ਹੈ। ਕਹਿਣ ਲੱਗੇ ਕਿ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਮੁੱਢ ਕਦੀਮਾਂ ਦਾ ਸੁਭਾਅ ਹੈ, ਜਿਹੜਾ ਆਏਗਾ ਉਹ ਬਖਸ਼ਿਆ ਜਾਏਗਾ। ਤੇ ਕਹਿਣ ਲੱਗੇ ਇਸ ਕਰਕੇ ਅਸੀਂ ਸਾਰਾ ਕੁਝ ਸੱਚ ਸੁਣਾ ਰਹੇ ਹਾਂ। ਹੇ ਰਾਏ ਜੋਧ, ਸ਼ੱਕ ਕਰਨ ਦੀ ਲੋੜ ਨਹੀਂ ਹੈ, ਇਹ ਆਇਆ ਹੈ ਸ਼ਰਨ ਤੱਕ ਕੇ ਤੇ ਇਹਦੀ ਲਾਜ ਰੱਖੀ ਜਾਏਗੀ। ਤੇ ਕਹਿਣ ਲੱਗੇ ਕਿ ਭਾਈ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ ਇਹਦਾ ਹੁਣ ਕੋਈ ਆਸਰਾ ਨਹੀਂ ਰਹਿ ਗਿਆ, ਕੋਈ ਸਹਾਰਾ ਨਹੀਂ ਰਹਿ ਗਿਆ। ਜਿਹੜੀ ਫੌਜ ਵੱਲੋਂ ਚੜ੍ਹ ਕੇ ਆਇਆ ਸੀ ਉਹਨਾਂ ਨੇ ਵੀ ਕੁੱਟ ਕੇ ਬਾਹਰ ਕੱਢ ਦਿੱਤਾ ਹੈ, ਹੁਣ ਇਹ ਨੀਵਾਂ ਹੋ ਗਿਆ, ਦੀਨ ਹੋ ਗਿਆ ਹੈ। ਪਾਤਸ਼ਾਹ ਜੀ ਨੇ ਬਚਨ ਕੀਤਾ ਲਾਚਾਰੀ, ਹੁਣ ਇਹਦਾ ਕੋਈ ਚਾਰਾ ਨਹੀਂ ਰਹਿ ਗਿਆ ਹੈ। ਤੇ ਇਹ ਵਾਰ-ਵਾਰ ਕਹਿ ਰਿਹਾ ਹੈ ਕਿ ਸਤਿਗੁਰੂ ਜੀ ਹੁਣ ਤਾਂ ਮੈਨੂੰ ਤੁਹਾਡੇ ਚਰਨਾਂ ਦਾ ਹੀ ਆਸਰਾ ਹੈ, ਤੇ ਇਸ ਕਰਕੇ ਜੇ ਸ਼ਰਨ ਦੇ ਵਿੱਚ ਆਇਆ ਹੈ ਤੇ ਅਸੀਂ ਇਹਦੀ ਲਾਜ ਰੱਖਾਂਗੇ। ਤੇ ਪਾਤਸ਼ਾਹ ਜੀ ਨੇ ਬਚਨ ਕੀਤਾ ਸਾਡੇ ਹਿਰਦੇ ਦੀ ਅਭਿਲਾਸ਼ਾ ਹੈ, ਇੱਛਾ ਹੈ, ਇਹਦੀ ਰੱਖਿਆ ਕਰਨੀ ਚਾਹੀਦੀ ਹੈ ਤੇ ਰੱਖਿਆ ਕਰਾਂਗੇ।
ਤੇ ਕਹਿਣ ਲੱਗੇ ਕਿ ਇਹ ਨਰ, ਇਹ ਬਪਰਾ, ਇਹ ਵਿਚਾਰਾ, ਜੇ ਅਸੀਂ ਇਹਦੀ ਰੱਖਿਆ ਨਾ ਕਰੀ ਤੇ ਸਾਡੇ ਸੇਵਕ ਜਮਾਂ ਦੇ ਦੂਤ ਤੋਂ ਕਿਵੇਂ ਬਚਣਗੇ। ਜਿਹੜਾ ਵੀ ਇੱਥੇ ਆਏਗਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ, ਉਹਦੇ ਇਹ ਵੀ ਦੁੱਖ ਦੂਣ ਹੋਣਗੇ ਤੇ ਲੋਕ ਤੇ ਪਰਲੋਕ ਸਹੇਲੇ ਬਣਨਗੇ। ਇੱਥੇ ਵੀ ਤੇ ਉੱਥੇ ਵੀ ਅਸੀਂ ਸਹਾਈ ਹੋਵਾਂਗੇ, ਅਸੀਂ ਬੇੜੇ ਪਾਰ ਕਰਾਂਗੇ। ਤੇ ਸਤਿਗੁਰਾਂ ਨੇ ਫਿਰ ਬਚਨ ਕੀਤਾ ਹੈ, ਕਹਿਣ ਲੱਗੇ ਇਹ ਭਾਈ ਕੀ ਭੇਤ ਲੈ ਲਏਗਾ। ਰਾਏ ਜੋਧ ਵਾਰ-ਵਾਰ ਬੇਨਤੀ ਕਰਦਾ ਸੀ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਹੇ ਪਾਤਸ਼ਾਹ ਕਿਤੇ ਇਹਨੂੰ ਇੱਥੇ ਰੱਖਣਾ ਮਹਿੰਗਾ ਨਾ ਪੈ ਜਾਵੇ, ਕਿਤੇ ਸਾਡਾ ਭੇਤ ਦੇ ਕੇ ਤੇ ਸਾਡੀ ਸਾਰੀ ਸੈਨਾ ਦੀ ਜਿਹੜੀ ਰਣਨੀਤੀ ਦੱਸ ਦਵੇ ਤੇ ਕਿਤੇ ਇਹ ਜੰਗ ਸਾਡੇ ਪਾਸੇ ਉਲਟ ਨਾ ਪੈ ਜਾਵੇ। ਤੇ ਗਰੀਬ ਨਿਵਾਜ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਲੈ ਭੇਦ ਤਾਂ ਕਿਆ ਹੋਏ ਮੇਰਾ। ਜੇ ਇਹ ਭੇਦ ਲੈ ਕਰਕੇ ਸਾਡਾ ਤੇ ਉੱਥੇ ਦੱਸ ਵੀ ਦਏਗਾ ਤੇ ਸਤਿਗੁਰਾਂ ਨੇ ਬਚਨ ਕੀਤਾ ਇਹਦੇ ਵਿੱਚ ਕੁਛ ਨਹੀਂ ਬੁਰਾ ਹੋਏਗਾ। ਤੇ ਕਹਿਣ ਲੱਗੇ ਜਿਹੜਾ ਜੰਗ ਹੈ ਉਹ ਤਾਂ ਹੌਸਲੇ ਦੇ ਨਾਲ, ਬਲ ਦੇ ਨਾਲ, ਦਲੇਰੀ ਦੇ ਨਾਲ ਹੀ ਲੜਿਆ ਜਾਣਾ ਹੈ ਤੇ ਜਿੱਤਿਆ ਜਾਣਾ ਹੈ, ਵੀਰ ਰਸ ਦੇ ਨਾਲ। ਕਹਿਣ ਲੱਗੇ ਜੇ ਭੇਤ ਦੱਸ ਵੀ ਦਏਗਾ। ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੇ ਰਾਏ ਜੋਧ ਸਾਨੂੰ ਕੋਈ ਫਰਕ ਨਹੀਂ ਪੈਂਦਾ। ਕਹਿਣ ਲੱਗੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ, ਹੱਥੋਂ ਛਿਨਕ ਮੈਂ ਦਲ ਰਿਪ ਕੇਰਾ। ਥੋੜ੍ਹੇ ਕੁ ਸਮੇਂ ਦੇ ਵਿੱਚ ਅਸੀਂ ਜਿਹੜਾ ਦੁਸ਼ਮਣਾਂ ਦਾ ਦਲ ਹੈ ਉਹ ਖਤਮ ਕਰ ਦੇਵਾਂਗੇ। ਤੇ ਕਹਿਣ ਲੱਗੇ ਇਹਨੂੰ, ਇਹ ਕਾਬਲ ਦਾ ਹਾਕਮ ਜਿਹੜਾ ਉਹ ਚੜ੍ਹ ਕੇ ਆਇਆ ਲੱਲਾ ਬੇਗ ਆ। ਪਾਤਸ਼ਾਹ ਜੀ ਨੇ ਬਚਨ ਕੀਤਾ ਅਸੀਂ ਇਹਨੂੰ ਕਾਬਲ ਦਾ ਹਾਕਮ ਬਣਾ ਦੇਵਾਂਗੇ। ਤੇ ਕਹਿਣ ਲੱਗੇ ਭਾਈ ਇਹ ਉਮਰਾਵ ਕਰੋ ਤਿੰਨ ਮਾਰੀ। ਇਹ ਜਿਹੜਾ ਉਮਰਾਵ ਏਡੀ ਵੱਡੀ ਸੈਨਾ ਲੈ ਕਰਕੇ ਇਹ ਖਤਮ ਹੋ ਜਾਏਗਾ, ਮਾਰਿਆ ਜਾਏਗਾ। ਤੇ ਕਹਿਣ ਲੱਗੇ ਬਾਦਸ਼ਾਹ ਦੇ ਕੋਲੋਂ ਜਿਹੜੀ ਜਗ੍ਹਾ ਇਹਨੂੰ ਮਿਲੀ ਹੋਈ ਸੀਗੀ, ਬਾਦਸ਼ਾਹ ਨੇ ਦਿੱਤੀ ਸੀਗੀ। ਤੇ ਕਹਿਣ ਲੱਗੇ ਇਹ ਸ਼ਰਨ ਦੇ ਵਿੱਚ ਆਇਆ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਆ, ਲੱਲਾ ਬੇਗ ਨੂੰ ਖਤਮ ਕਰਕੇ ਤੇ ਉਧਰਲਾ ਪਾਸਾ ਇਹਨੂੰ ਦਿਵਾ ਦੇਵਾਂਗੇ। ਤੇ ਕਹਿਣ ਲੱਗੇ ਇਸ ਤੋਂ ਤਾਂ ਆਪਾਂ ਕਾਬਲ ਦਾ ਰਾਜ ਕਰਵਾ ਲਵਾਂਗੇ, ਇਹਨੂੰ ਕਾਬਲ ਦਾ ਰਾਜਾ ਥਾਪ ਦੇਵਾਂਗੇ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਹਿਜ ਸੁਭਾਵਕ ਇਸ ਤਰ੍ਹਾਂ ਦੇ ਕਈ ਬਚਨ ਕੀਤੇ ਹਨ। ਤੇ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਿਹੜੇ ਸਿੱਖ ਬੈਠੇ ਹੋਏ ਸਨ ਸਾਰੇ ਹੈਰਾਨ ਹੋਏ ਤੇ ਪ੍ਰਸੰਨ ਵੀ ਹੋਏ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਲੇਰੀ, ਵੀਰਤਾ ਦੇਖ ਕੇ ਤੇ ਬੜੇ ਖੁਸ਼ ਹੋਏ ਸਿੱਖ, ਪ੍ਰਸੰਨ ਹੋਏ। ਕਹਿਣ ਲੱਗੇ ਕਿ ਮਨ ਸਭ ਸ਼ਾਹੋ ਸਮੀਪ ਦਿਵਾਉ। ਬਚਨ ਕੀਤਾ ਹੈ, ਕਹਿਣ ਲੱਗੇ ਕਿ ਇਹ ਤਾਂ ਭਇਓ ਬਿਸਮੇ ਸਭ ਸੁਣ ਕੇ ਬਚ ਐਸਾ। ਛੇਵੇਂ ਪਾਤਸ਼ਾਹ ਜੀ ਜਦੋਂ ਇਸ ਤਰ੍ਹਾਂ ਦੇ ਬਚਨ ਕਰ ਰਹੇ ਸਨ ਤੇ ਸਾਰੇ ਸਿੱਖ ਸੁਣ ਕੇ ਪ੍ਰਸੰਨ ਹੋਏ। ਤੇ ਉਹ ਜਿਹੜਾ ਅਭਿਲਾਸ਼ੀ ਬੇਸਹਾਰਾ ਹਸਨ ਖਾਨ ਜਿਹੜਾ ਦੂਤ ਹੈ ਉਹਦੇ ਵੀ ਚਿਹਰੇ ਤੇ ਰੌਣਕ ਆਈ ਹੈ। ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਵੇਲੇ ਕਵੀ ਜੀ ਲਿਖਦੇ ਹਨ, ਕਹਿਣ ਲੱਗੇ ਕਿ ਭਾਈ ਇਹ ਤਾਂ ਜਿਹੜਾ ਦੂਤ ਹੈ ਇਹ ਵਿਭੀਸ਼ਣ ਦੀ ਤਰ੍ਹਾਂ ਹੈ। ਤੇ ਜਿਸ ਤਰ੍ਹਾਂ ਸ਼੍ਰੀ ਰਾਮ ਨੂੰ ਵਿਭੀਸ਼ਣ ਜਿਹੜਾ ਹੈ ਉਹ ਸਮੁੰਦਰ ਤੋਂ ਉਰੇ ਆ ਕੇ ਮਿਲਿਆ ਸੀਗਾ ਤੇ ਸ਼੍ਰੀ ਰਾਮ ਜੀ ਨੇ ਫਿਰ ਪ੍ਰਸੰਨ ਹੋ ਕਰਕੇ ਤੇ ਉਸ ਵਿਭੀਸ਼ਣ ਨੂੰ ਲੰਕਾ ਤੇ ਰਾਏ ਜੋਧ ਨੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸੁਣੇ। ਗਰੀਬ ਨਿਵਾਜ ਸਤਿਗੁਰਾਂ ਦਾ ਸੁਭਾਅ ਔਰ ਹੌਸਲਾ ਦੇਖਿਆ ਹੈ ਕਿ ਗਰੀਬ ਨਿਵਾਜ ਸਤਿਗੁਰਾਂ ਦਾ ਕਿੰਨਾ ਵੱਡਾ ਹੌਸਲਾ ਹੈ। ਏਡੀ ਵੱਡੀ ਸੈਨਾ ਹੋਣ ਦੇ ਬਾਵਜੂਦ ਵੀ ਗਰੀਬ ਨਿਵਾਜ ਪਾਤਸ਼ਾਹ ਜੀ ਕਹਿ ਰਹੇ ਸਨ ਕਿ ਹੇ ਰਾਏ ਜੋਧ ਸਾਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਜਿੱਤ ਪ੍ਰਾਪਤ ਕਰਨੀ ਹੈ। ਭੇਦ ਵੀ ਦੇ ਦੇਗਾ ਤਾਂ ਵੀ ਕੋਈ ਬਹੁਤਾ ਫਰਕ ਨਹੀਂ ਪਏਗਾ। ਹੁਣ ਇਸ ਤਰ੍ਹਾਂ ਸੁਣ ਕੇ ਸਭ ਮੈਂ ਭਇਓ ਬਿਰਤਾਂਤ। ਤੇ ਕਹਿਣ ਲੱਗੇ ਕਿ ਭਾਈ ਸੁਣ ਕਰ ਜੋਧ ਬੰਦਨਾ ਕੀਨ।
ਗਰੀਬ ਨਿਵਾਜ ਸਤਿਗੁਰਾਂ ਦੇ ਬਚਨ ਸੁਣ ਕੇ ਰਾਏ ਜੋਧ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ। ਤੇ ਰਾਏ ਜੋਧ ਦੇਖਦਾ ਹੈ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਭਾਅ ਜੀਵਨ ਸ਼੍ਰੀ ਰਾਮਚੰਦਰ ਜੀ ਵਾਂਗ ਹੈ। ਤੇ ਸਾਰਿਆਂ ਦੇ ਵਿੱਚ ਜਿਤਨੀ ਵੀ ਸੈਨਾ ਹੈ ਸਾਰਿਆਂ ਦੇ ਵਿੱਚ ਇਹ ਗੱਲ ਇਹ ਬਿਰਤਾਂਤ ਪਹੁੰਚਿਆ ਹੈ। ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਸ ਤਰ੍ਹਾਂ ਜਦੋਂ ਸ਼ਰਨ ਦੇ ਵਿੱਚ ਦੂਤ ਆਇਆ ਹੈ ਦੁਸ਼ਮਣਾਂ ਦਾ ਤੇ ਉਹਨੂੰ ਵੀ ਸਤਿਗੁਰਾਂ ਨੇ ਸਹਾਰਾ ਦੇ ਦਿੱਤਾ ਤੇ ਕੋਲ ਰੱਖਿਆ ਹੈ। ਸ਼੍ਰੀ ਸਤਿਗੁਰ ਕੀਨੋ ਜਿਸ ਭਾਂਤ ਜਿਸ ਵਿਧੀ ਦੇ ਨਾਲ ਆਏ ਹੋਏ ਬੇਸਹਾਰੇ ਦੀ ਰੱਖਿਆ ਕੀਤੀ ਉਹਨੂੰ ਪਨਾਹ ਦਿੱਤੀ ਹੈ। ਸਾਰੇ ਸੁਣ ਕੇ ਪ੍ਰਸੰਨ ਹੋਏ ਹਨ ਤੇ ਸਾਰੇ ਕਹਿ ਰਹੇ ਸਨ ਹੇ ਪਾਤਸ਼ਾਹ ਤੁਸੀਂ ਧੰਨ ਹੋ, ਤੁਸੀਂ ਪਰਉਪਕਾਰੀ ਹੋ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਿਹੜਾ ਸੁਭਾਅ ਹੈ ਉਹਦੇ ਮੁਤਾਬਕ ਹੀ ਤੁਸੀਂ ਚੱਲ ਰਹੇ ਹੋ। ਇਤਨੇ ਵਿਖਮ ਸਮੇਂ ਦੇ ਵਿੱਚ ਵੀ ਜੇਕਰ ਕੋਈ ਆ ਕੇ ਬੇਨਤੀ ਕਰਦਾ ਹੈ ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਪਰ ਤੁਸੀਂ ਤਾਂ ਵੀ ਜਿਹੜਾ ਸੁਭਾਅ ਹੈ ਗੁਰੂ ਪੀਰਾਂ ਪੈਗੰਬਰਾਂ ਦਾ ਉਹਦੇ ਮੁਤਾਬਕ ਹੀ ਚੱਲ ਰਹੇ ਹੋ। ਤੇ ਸਾਰੇ ਕਹਿ ਰਹੇ ਸਨ ਕਿ ਹੇ ਪਾਤਸ਼ਾਹ ਤੁਸੀਂ ਗਰੀਬਾਂ ਦੇ ਉੱਪਰ ਦਇਆ ਕਰਨ ਵਾਲਾ ਜਿਹੜਾ ਸੁਭਾਅ ਹੈ, ਜਿਹੜੇ ਵੀ ਪਹਿਲੇ ਗੁਰੂ ਸਾਹਿਬਾਨ ਰਹੇ ਹਨ, ਜਿਹੜਾ ਵੀ ਉਹਨਾਂ ਦੀ ਸ਼ਰਨ ਦੇ ਵਿੱਚ ਆਇਆ ਹੈ ਤੇ ਉਹ ਬਖਸ਼ਦੇ ਰਹੇ ਹਨ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਵੀ ਪਹਿਲੇ ਗੁਰੂ ਸਾਹਿਬਾਨਾਂ ਵਾਂਗ ਇਹਨੂੰ ਬਖਸ਼ਿਆ ਹੈ। ਰਾਤ ਹੋਈ ਤਬ ਆਏ ਤੇ ਕਹਿਣ ਲੱਗੇ ਉਸ ਵੇਲੇ ਫੇਰਾ ਬਹੁਤ ਜਿਹੜੀ ਰਾਤ ਹੈ ਉਹ ਹੋਈ ਹੈ, ਹਨੇਰਾ ਪਸਰ ਚੁੱਕਾ ਹੈ। ਹਸਨ ਖਾਂ ਰਿਪ ਸਮੁਦਾਏ ਤੇ ਉਸ ਵੇਲੇ ਫਿਰ ਜਦੋਂ ਕੁਛ ਕੋ ਪੈਰ ਲੰਘੇ ਅੱਧੀ ਕੋ ਰਾਤ ਹੋਈ ਹੈ। ਕਹਿਤ ਹਸਨ ਖਾਂ ਰਿਪ ਸਮੁਦਾਏ ਜਿਹੜਾ ਦੂਤ ਹਸਨ ਖਾਂ ਉਹ ਉੱਠਿਆ ਹੈ। ਕਹਿਤ ਹਸਨ ਖਾਂ ਰਿਪ ਸਮੁਦਾਏ ਤੇ ਸਾਰੇ ਜਿਹੜੇ ਗੁਰੂ ਕੇ ਪਿਆਰੇ ਸੇਵਕ ਹਨ ਉਹਨਾਂ ਨੂੰ ਦੁਸ਼ਮਣਾਂ ਦੇ ਬਾਰੇ ਜਾਨੋ ਰੱਖਿਓ ਤਿਆਰੀ ਤੇ ਕਹਿਣ ਲੱਗਿਆ ਕਿ ਹੇ ਗੁਰੂ ਕੇ ਪਿਆਰਿਓ ਔਰ ਰਾਏ ਜੋਧ ਜੀ ਵਰਗੇ ਜਿਹੜੇ ਸੈਨਾਪਤੀ ਹਨ ਉਹਨਾਂ ਨੂੰ ਇਹ ਦੂਤ ਕਹਿਣ ਲੱਗਾ ਹੈ ਕਿ ਮੈਂ ਸਾਰਾ ਕੁਝ ਜਾਣਦਾ ਹਾਂ ਉਸ ਫੌਜ ਦਾ ਭੇਦ। ਉਹ ਰਾਤ ਵੇਲੇ ਟਲਣਗੇ ਨਹੀਂ, ਇੰਤਜ਼ਾਰ ਨਹੀਂ ਕਰਨਗੇ, ਉਸੇ ਵੇਲੇ ਹੱਲਾ ਕਰ ਦੇਣਗੇ, ਹਮਲਾ ਕਰ ਦੇਣਗੇ। ਕਹਿਣ ਲੱਗਾ ਪਹੁੰਚੋ ਜਾਨੋ ਰੱਖੀਏ ਤਿਆਰੀ ਕਿ ਦੁਸ਼ਮਣਾਂ ਨੂੰ ਸ਼ਾਹਜਹਾਨ ਦੀ ਫੌਜ ਨੂੰ ਪਹੁੰਚੀ ਹੀ ਜਾਣੋ। ਹੇ ਸਤਿਗੁਰੂ ਕੇ ਪਿਆਰਿਓ ਇੰਝ ਨਾ ਹੋਵੇ ਕਿ ਆਪਾਂ ਦਿਨ ਤੱਕ ਦਾ ਦਿਨ ਚੜ੍ਹਨ ਦਾ ਜਿਹੜਾ ਇੰਤਜ਼ਾਰ ਉਹ ਕਰਦੇ ਰਹੀਏ, ਉਡੀਕ ਕਰਦੇ ਰਹੀਏ, ਪਰ ਉਹ ਰੁਕਣਗੇ ਨਹੀਂ। ਦਿਨ ਰਾਤ ਲਗਾਤਾਰ ਸਫ਼ਰ ਕਰਦੇ ਹੋਏ ਆ ਰਹੇ ਹਨ ਤੇ ਉਹ ਇੱਥੇ ਪਹੁੰਚਣ ਤੇ ਕਹਿਣ ਲੱਗਾ ਕਿ ਭਾਈ ਸਾਨੂੰ ਹੁਣ ਹਸਨ ਖਾਨ ਨੇ ਦੱਸਿਆ ਹੈ ਉਸੇ ਮੁਤਾਬਕ ਜਿਹੜੀ ਤਿਆਰੀ ਹੈ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹਨੇ ਬੇਨਤੀ ਕੀਤੀ ਹੈ। ਦੇ ਮੁਤਾਬਕ ਬੀਚ ਤੁਫੰਗ ਡਾਰੀ ਦੇ ਵਿੱਚ ਦੂਰੀਆਂ ਜਿਹੜੀਆਂ ਗੋਲੀਆਂ ਸਾਰੇ ਯੋਧਿਆਂ ਨੇ ਚੜਾ ਲਈਆਂ ਹਨ। ਔਰ ਇੱਕ ਸਤਿਗੁਰਾਂ ਨੇ ਇੱਕ ਯੋਧੇ ਨੂੰ ਇਹ ਸੁਣਿਆ ਦਿੱਤਾ ਹੈ ਤੇ ਉਹ ਸਾਰੇ ਦਲ ਦੇ ਵਿੱਚ ਜਿੱਥੇ ਜਿੱਥੇ ਸਤਿਗੁਰਾਂ ਦੇ ਸੈਨਿਕ ਬੈਠੇ ਸਨ, ਵੱਖਰੇ ਵੱਖਰੇ ਤੰਬੂਆਂ ਦੇ ਵਿੱਚ ਵੱਖਰੇ ਵੱਖਰੇ ਮੋਰਚੇ ਉਹਨਾਂ ਨੇ ਸੰਭਾਲੇ ਹੋਏ ਸਨ, ਉਹ ਸਾਰੇ ਦਲ ਦੇ ਵਿੱਚ ਜਾ ਕਰਕੇ ਉੱਚੀ ਸਾਰੀ ਉਹਨੇ ਆਵਾਜ਼ ਦਿੱਤੀ ਹੈ। ਕਹਿਣ ਲੱਗਾ ਹੇ ਜੋਧਿਓ, ਹੇ ਗੁਰੂ ਕੇ ਪਿਆਰਿਓ, ਦਿਨ ਚੜ੍ਹਨ ਦੀ ਉਡੀਕ ਨਾ ਕਰਿਓ ਤੇ ਸਾਰੇ ਆਪਣੀ ਤਿਆਰੀ ਰੱਖਿਓ, ਕਿਉਂਕਿ ਹੋ ਸਕਦਾ ਕਿ ਰਾਤ ਵੇਲੇ ਹੀ ਬਹੁਤ ਵੱਡਾ ਹਮਲਾ ਹੋ ਜਾਵੇ। ਜਦੋਂ ਪਹਿਲਾ ਹਮਲਾ ਹੋਇਆ ਸੀਗਾ, ਆਪਾਂ ਇਤਿਹਾਸ ਪਿਛਲਾ ਸਰਵਣ ਕੀਤਾ ਹੈ ਆਪ ਸਮੂਹ ਸੰਗਤ ਨੇ, ਅਸਲ ਦੇ ਵਿੱਚ ਕੁਝ ਜੰਗ ਦੇ ਵੀ ਅਸੂਲ ਹੁੰਦੇ ਸਨ, ਪਰ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਸੀਗਾ ਕਿ ਸਾਰੇ ਅਸੂਲ ਤੋੜ ਦਿੱਤੇ ਜਾਂਦੇ ਸਨ, ਸਿੱਕੇ 'ਤੇ ਟੰਗ ਦਿੱਤੇ ਜਾਂਦੇ ਸਨ।
ਪਹਿਲੀ ਵਾਰ ਜਦੋਂ ਬਾਦਸ਼ਾਹ ਦੀ ਫੌਜ ਨੇ ਅੰਮ੍ਰਿਤਸਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਉੱਪਰ ਹਮਲਾ ਕੀਤਾ ਹੈ, ਜਿਹੜਾ ਯੁੱਧ ਬਾਜ ਦੇ ਕਰਕੇ ਹੋਇਆ ਸੀਗਾ, ਉਦੋਂ ਵੀ ਰਾਤ ਵੇਲੇ ਹੀ ਹਮਲਾ ਕੀਤਾ ਗਿਆ ਸੀਗਾ। ਅਤੇ ਦੂਜੀ ਵਾਰ ਹੁਣ ਫਿਰ ਇਸੇ ਤਰ੍ਹਾਂ ਹੀ ਹੋਇਆ ਹੈ। ਉੱਧਰ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਇੱਕ ਸਿੱਖ ਨੂੰ ਭੇਜ ਕੇ ਸਾਰਿਆਂ ਨੂੰ ਤਿਆਰ ਰਹਿਣ ਵਾਸਤੇ ਹੁਕਮ ਜਾਰੀ ਕਰ ਦਿੱਤਾ ਹੈ। ਤੇ 100 ਕੋ ਸੂਰਮਾ, ਸਤਿਗੁਰਾਂ ਦੇ ਹੁਕਮ ਦੇ ਵਿੱਚ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ 100 ਕੋ ਸੂਰਮਾ ਸ਼ਸਤਰਬੱਧ ਹੋ ਕੇ, ਘੋੜਿਆਂ 'ਤੇ ਸਵਾਰ ਹੋ ਕੇ, ਤੇ ਜਿਹੜੇ ਜਿਹੜੇ ਇਹ ਰਸਤੇ ਹਨ ਉੱਥੇ ਜਾਵੇ, ਬਿਲਕੁਲ ਤਿਆਰ ਰਹੇ ਜੀ। ਤੇ ਜਦੋਂ ਹੀ ਪਤਾ ਲੱਗ ਜਾਵੇ, ਜਿਹੜੇ ਪਾਸਿਓਂ ਤੁਰਕ ਹਮਲਾ ਕਰਨ, ਰਾਤ ਵੇਲੇ ਚੜ੍ਹਾਈ ਕਰਨ, ਜਦੋਂ ਹੀ ਖਬਰ ਮਿਲੇ ਤੇ ਉਸੇ ਵੇਲੇ ਜਿਹੜੀ ਇਹ ਸੋਧ ਹੈ, ਇਹ ਜਿਹੜੀ ਪਿਛਲੀ ਸੈਨਾ ਹੈ, ਇੱਥੋਂ ਤੱਕ ਪਹੁੰਚਾ ਦਿੱਤੀ ਜਾਵੇ ਕਿ ਰਾਤ ਵੇਲੇ ਇੱਧਰਲੇ ਪਾਸਿਓਂ ਹਮਲਾ ਹੋਣ ਲੱਗਾ ਹੈ। 100 ਕੋ ਜਿਹੜਾ ਯੋਧਾ ਹੈ, ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਨੇ ਆਸ ਪਾਸ ਭੇਜ ਦਿੱਤਾ ਹੈ। ਕਹਿਣ ਲੱਗੇ ਆਉਣਗੇ ਭਾਈ ਹੈ। ਇੱਧਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਦਲ ਹੈ, ਸੈਨਾ ਯੋਧੇ ਹਨ, ਇਹਨਾਂ ਦੀ ਤਿਆਰੀ ਬਹੁਤ ਵੱਡੀ ਹੈ। ਕਹਿਣ ਲੱਗੇ ਗੁਰ ਦਲ ਮੈਂ ਅੰਗੀਠੇ ਲਾਗੇ, ਸਿਆਲ ਦਾ ਮੌਸਮ ਹੈ, ਬਹੁਤ ਜ਼ਿਆਦਾ ਠੰਡ ਪੈ ਰਹੀ ਹੈ, ਅਤੇ ਗੁਰੂ ਕੇ ਸੈਨਾ ਨੇ ਲੱਕੜਾਂ ਦੇ ਪ੍ਰਬੰਧ ਕੀਤੇ ਹੋਏ ਹਨ, ਅੰਗੀਠੇ ਬਾਲੇ ਹੋਏ ਹਨ। ਗੁਰ ਦਲ ਮਹਿ ਅੰਗੀਠੇ ਲਾਗੇ, ਅਤੇ ਥਾਂ ਥਾਂ 'ਤੇ ਧੂਏ ਲੱਗੇ ਹੋਏ ਹਨ, ਤੇ ਸਾਰੇ ਸੈਨਿਕ ਉਹਨਾਂ ਦੇ ਕੋਲ ਬੈਠੇ ਹੋਏ ਹਨ, ਜਿਹਦੇ ਕਰਕੇ ਇਹ ਠੰਡ ਤੋਂ, ਪਾਲੇ ਤੋਂ ਬਚੇ ਹੋਏ ਹਨ। ਤੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰਨ ਜੋਤ ਸਿਮਰਤ ਜਗਦੀਸ਼, ਇਹ ਰਾਤ ਵੇਲੇ ਵੀ ਗੁਰੂ ਕੇ ਪਿਆਰੇ ਯੋਧੇ ਸ਼ਸਤਰਬੱਧ ਹੋ ਕੇ, ਪੂਰੇ ਸ਼ਸਤਰ ਸਜਾ ਕੇ, ਤਿਆਰ ਬਰ ਤਿਆਰ ਹੋ ਕੇ, ਸ਼ਾਸਤਰ ਜੋਤ ਸਿਮਰਤ ਜਗਦੀਸ਼, ਤਿਆਰ ਬਰ ਤਿਆਰ ਹੋ ਕੇ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਉਡੀਕ ਰਹੇ ਸਨ ਅਤੇ ਸਤਿਗੁਰਾਂ ਨੂੰ ਵਾਰ-ਵਾਰ ਯਾਦ ਕਰ ਰਹੇ ਸਨ। ਇੱਥੇ ਕੋਈ ਆਲਸ ਨਹੀਂ ਹੈ। ਔਰ ਵੱਖਰੇ ਵੱਖਰੇ ਲੱਗੇ ਹੋਏ ਅੰਗੀਠਿਆਂ 'ਤੇ, ਧੂਆਂ 'ਤੇ ਗੁਰੂ ਕੇ ਜਿਹੜੇ ਯੋਧੇ ਹਨ, ਕਿਤੇ 10 ਤੇ ਕਿਤੇ 15 ਦੀ ਗਿਣਤੀ ਦੇ ਵਿੱਚ ਬੈਠੇ ਹੋਏ ਸਨ। ਦੂਰ ਤੱਕ ਗੁਰੂ ਕੀ ਸੈਨਾ ਪਸਰੀ ਹੋਈ ਹੈ। ਤੇ ਕਹਿਣ ਲੱਗੇ ਕਿ ਬਾਕੀ ਸਾਰੇ ਜਿਹੜੇ ਯੋਧੇ ਸਨ, ਸਭ ਸੋ ਭਟਣ ਕੇ ਤਨ ਬਿਨ ਪਾਲੇ, ਇਹ ਸਾਰੇ ਯੋਧੇ ਜਿਹੜੇ ਸਤਿਗੁਰਾਂ ਦੇ ਯੋਧੇ ਸਨ, ਇਹਨਾਂ ਦੇ ਜਿਹੜੇ ਤਨ ਉਹ ਪਾਲੇ ਤੋਂ ਹੀਣੇ ਸਨ। ਔਰ ਇਹ ਉਡੀਕ ਕਰ ਰਹੇ ਸਨ, ਬਿਲਕੁਲ ਤਿਆਰ ਬਰ ਤਿਆਰ ਹੋ ਕੇ, ਕਿ ਜਦੋਂ ਹੀ ਸਤਿਗੁਰੂ ਜੀ ਹੁਕਮ ਕਰਨਗੇ, ਨਗਾਰੇ 'ਤੇ ਚੋਟ ਵੱਜੇਗੀ, ਉਸੇ ਵੇਲੇ ਛਾਲ ਮਾਰ ਕੇ ਅਸੀਂ ਘੋੜਿਆਂ 'ਤੇ ਸਵਾਰ ਹੋ ਕੇ ਤੇ ਜਿੱਧਰ ਸਤਿਗੁਰੂ ਜੀ ਹੁਕਮ ਕਰਨਗੇ ਪਹੁੰਚ ਜਾਵਾਂਗੇ। ਇਹ ਬਿਲਕੁਲ ਸਤਿਗੁਰਾਂ ਦੇ ਯੋਧੇ ਤਿਆਰ ਸਨ। ਔਰ ਫਿਰ ਕੀ ਹੋਇਆ? ਉਹੀ ਗੱਲ ਹੋਈ, ਨਿਸਮੈ ਤੁਰਕ ਚੜੇ ਸਭ ਆਏ, ਰਾਤ ਦਾ ਵੇਲਾ ਹੈ। ਅਤੇ ਉਹ ਜਿਹੜੀ ਸੈਨਾ ਲਗਾਤਾਰ ਚੱਲਦੀ ਆ ਰਹੀ ਸੀ, ਜਿਨ੍ਹਾਂ ਨੇ ਕਿਤੇ ਚੰਗੀ ਤਰ੍ਹਾਂ ਕਿਤੇ ਵਿਸ਼ਰਾਮ ਵੀ ਨਹੀਂ ਕੀਤਾ, ਔਰ ਪਾਲੇ ਦੇ ਨਾਲ 2 ਦਰਿਆਵਾਂ ਨੂੰ ਵੀ ਪਾਰ ਕੀਤਾ, ਸਤਲੁਜ ਅਤੇ ਬਿਆਸ ਨੂੰ। ਅਤੇ ਲਗਾਤਾਰ ਜਿਹੜੇ ਚੱਲਦੇ ਆ ਰਹੇ ਸਨ, ਇਹਨਾਂ ਨੇ ਇਹ ਸੋਚਿਆ ਹੈ ਕਿ ਸਤਿਗੁਰੂ ਜੀ ਤਾਂ ਆਰਾਮ ਕਰਦੇ ਹੋਣਗੇ, ਸਤਿਗੁਰਾਂ ਦੀ ਸੈਨਾ ਤਾਂ ਅਵੇਸਲੀ ਹੋਵੇਗੀ। ਦਿਨ ਚੜ੍ਹਨ ਦੀ ਉਡੀਕ ਨਾ ਕੀਤੀ ਜਾਵੇ, ਜਾਂਦਿਆਂ ਸਾਰੀ ਵੱਡਾ ਜਿਹੜਾ ਹਮਲਾ ਗੁਰੂ ਕੇ ਸਿੱਖਾਂ ਦੇ ਉੱਪਰ ਕਰ ਦਿੱਤਾ ਜਾਵੇ, ਸਤਿਗੁਰਾਂ ਦੇ ਦਲ ਦੇ ਉੱਪਰ। ਇਹ ਇਸ ਤਰ੍ਹਾਂ ਲਗਾਤਾਰ ਚੱਲਦੇ ਆ ਰਹੇ ਸਨ। ਨਿਸਮੈ ਤੁਰਕ ਚੜੇ ਸਭ ਆਏ, ਰਾਤ ਦੇ ਸਮੇਂ ਤੁਰਕ ਵੱਡੀ ਗਿਣਤੀ ਦੇ ਚੜ੍ਹ ਕੇ ਆਏ ਹਨ। ਤੇ ਕਹਿਣ ਲੱਗੇ ਕਿ ਪਰ ਇਹਨਾਂ ਦੇ ਜਿਹੜੇ ਯੋਧੇ ਸਨ, ਜਿਹੜੇ ਪਿੱਛੇ ਵੱਡੀ ਜਿਹੜੀ ਸੈਨਾ ਆ ਰਹੀ ਹੈ, ਉਹ ਠੰਡ ਦੇ ਨਾਲ ਪੱਥਰ ਬਣ ਚੁੱਕੇ ਸਨ। ਠੰਡ ਦੇ ਨਾਲ ਉਹਨਾਂ ਦਾ ਜਿਹੜਾ ਹੱਥ ਹੈ ਉਹ ਚੰਗੀ ਤਰ੍ਹਾਂ ਸਿੱਧਾ ਨਹੀਂ ਹੋ ਰਿਹਾ, ਸ਼ਸਤਰ ਨੂੰ ਪਕੜ ਨਹੀਂ ਰਿਹਾ, ਇਤਨੀ ਠੰਡ ਹੈ, ਥੱਕੇ ਹੋਏ ਹਨ।
ਤੇ ਕਹਿਣ ਲੱਗੇ ਪਰ ਤਾਂ ਵੀ ਇਹ ਸੈਨਾ ਲਗਾਤਾਰ ਚੱਲਦੀ ਆ ਰਹੀ ਹੈ। ਤੇ ਦਿਨ ਚੜ੍ਹਦਿਆਂ ਬਾਦਸ਼ਾਹ ਦੇ ਹੁਕਮ ਦੇ ਵਿੱਚ ਲਾਹੌਰ ਦੀ ਧਰਤੀ ਤੋਂ ਇਹਨਾਂ ਨੇ ਬਹੁਤ ਵੱਡਾ ਚਾਲਾ ਪਾਇਆ ਸੀਗਾ। ਤੇ ਕਹਿਣ ਲੱਗੇ ਕਿ ਫਿਰ 3 ਦਿਨ ਸਵੇਰ ਤੋਂ ਸ਼ਾਮ ਤੱਕ ਇਹਨਾਂ ਨੇ ਲਗਾਤਾਰ ਸਫ਼ਰ ਕੀਤਾ ਹੈ। 3 ਜਾਮ ਮਾਰਗ ਚਲੇ ਪੁੰਨ ਨਿਸਕੀਨ ਪਿਆਨ। ਫਿਰ ਇੱਕ ਜਗ੍ਹਾ ਤੇ ਥੋੜਾ ਕੁ ਸਮਾਂ ਰੁਕ ਕੇ ਤੇ ਰਾਤ ਵੇਲੇ ਫਿਰ ਅੱਗੇ ਚਾਲਾ ਪਾ ਦਿੱਤਾ ਸੀਗਾ। ਕਹਿਣ ਲੱਗੇ ਕੁਛ ਕੋ ਜਾਣਿਆ ਨੇ ਕੁਛ ਵਿਸਰਾਮ ਕੀਨ ਸ਼ਰਮ ਹੋਏ। ਥੋੜਿਆਂ ਕੋ ਨੇ ਆਰਾਮ ਕੀਤਾ ਤੇ ਬਹੁਤ ਸਾਰੇ ਥੱਕੇ ਹੋਏ ਹਨ। ਤੇ ਰਸਤੇ ਦੇ ਵਿੱਚ ਕਿਸੇ ਨੇ 2 ਜਾਮ 2 ਪਹਿਰ 2 ਪਹਿਰ ਦਾ ਮਤਲਬ ਹੈ 6 ਕੁ ਘੰਟੇ ਦਾ ਸਮਾਂ। ਤੇ ਕਿਸੇ ਨੇ 1 ਜਾਮ ਕਹਿੰਤ ਭਾਵ 1 ਪਹਿਰ 3 ਕੁ ਘੰਟੇ ਦਾ ਸਮਾਂ। ਕਿਸੇ ਨੇ 5-7 ਘੰਟੇ ਆਰਾਮ ਕੀਤਾ, ਕਿਸੇ ਨੇ 2-3 ਘੰਟੇ ਹੀ ਮਸਾਂ ਆਰਾਮ ਕੀਤਾ। ਲਗਾਤਾਰ ਚੱਲ ਰਹੇ ਸਨ। ਇੰਨਾ ਕੁ ਸਮਾਂ ਹੀ ਰਸਤੇ ਦੇ ਵਿੱਚ ਠਹਿਰੇ ਹਨ। ਤੇ ਕਹਿਣ ਲੱਗੇ ਫਿਰ ਜਦੋਂ ਦਿਨ ਚੜ੍ਹਿਆ ਹੈ, ਦਿਨ ਚੜ੍ਹਦਿਆਂ ਸਾਰ ਹੀ ਫਿਰ ਚੱਲ ਪੈਂਦੇ ਹਨ। ਤੇ ਫਿਰ ਅੱਗੇ 4 ਪੈਰ ਲਗਾਤਾਰ ਸਫ਼ਰ ਕਰਦੇ ਹੋਏ ਆਏ ਹਨ। ਤੇ ਫਿਰ ਅਗਲੀ ਰਾਤ ਉਸ ਵੇਲੇ ਰਸਤੇ ਦੇ ਵਿੱਚ ਹੀ ਇਸ ਵੱਡੀ ਸੈਨਾ ਨੂੰ ਆਈ ਹੈ। ਤੇ ਕਹਿਣ ਲੱਗੇ ਕਿ ਭਾਈ ਕਿਸੇ ਕਿਸੇ ਨੇ ਕਿਸ ਖਾਨੋ ਕੀਨ ਬਣਾਈ। ਹੁਣ ਬਹੁਤ ਵੱਡਾ ਦਲ ਹੈ ਤੇ ਥਾਂ ਥਾਂ ਤੇ ਉਹ ਫਿਰ ਉਤਾਰਾ ਕਰਦੇ ਸਨ। ਤੇ ਨਗਾਰੇ ਦੀ ਆਵਾਜ਼ ਜਦੋਂ ਚੋਟ ਲੱਗਦੀ ਹੈ, ਕੁਝ ਕੁ ਤਾਂ ਖਲੋ ਕੇ ਤੇ ਖਾਣਾ ਤਿਆਰ ਕਰ ਲੈਂਦੇ ਹਨ। ਕਿਸੇ ਨੇ ਛਕਿਆ ਹੁੰਦਾ, ਕਿਸੇ ਨੇ ਚੰਗੀ ਤਰ੍ਹਾਂ ਨਹੀਂ ਛਕਿਆ ਹੁੰਦਾ। ਪਰ ਜਦੋਂ ਆਵਾਜ਼ ਪੈਂਦੀ ਹੈ, ਨਗਾਰੇ 'ਤੇ ਚੋਟ ਲੱਗਦੀ ਹੈ, ਉਸੇ ਵੇਲੇ ਫਿਰ ਅੱਗੇ ਚੱਲ ਪੈਂਦੇ ਹਨ। ਕਈ ਤਾਂ ਆਪਾਂ ਪਿੱਛੇ ਸਰਵਣ ਵੀ ਕਰ ਰਹੇ ਸੀ ਕਿ ਬਹੁਤਾਤ ਤਾਂ ਨਸ਼ੇ ਦੇ ਵਿੱਚ ਲੀਨ ਸਨ, ਹੰਕਾਰ ਦੇ ਵਿੱਚ ਭਰੇ ਹੋਏ ਸਨ, ਬੜੀਆਂ ਉੱਚੀਆਂ ਉੱਚੀਆਂ ਗੱਲਾਂ ਕਰਦੇ ਆ ਰਹੇ ਸਨ। ਤੇ ਕਹਿਣ ਲੱਗੇ ਕਿਸ ਖਾਨੋ ਕੀਨ ਬਣਾਈ। ਕਿਸੇ ਕਿਸੇ ਦਲ ਨੇ ਖਾਣਾ ਤਿਆਰ ਕਰਕੇ ਖਾਧਾ ਸੀਗਾ। ਤੇ ਘੋੜਿਆਂ ਵਾਸਤੇ ਵੀ ਚੰਗਾ ਪ੍ਰਬੰਧ ਨਹੀਂ ਹੋ ਸਕਿਆ, ਕਿਉਂਕਿ ਬਾਦਸ਼ਾਹ ਨੇ ਕਹਿ ਦਿੱਤਾ ਸੀਗਾ ਲੱਲਾ ਬੇਗ ਨੂੰ ਕਿ ਕਿਤੇ ਵੱਡੀ ਸੈਨਾ ਦੇਖ ਕੇ 6ਵੇਂ ਪਾਤਸ਼ਾਹ ਜੀ ਉਹ ਜਗ੍ਹਾ ਛੱਡ ਕੇ ਕਿਤੇ ਹੋਰ ਨਾ ਚਲੇ ਜਾਣ, ਕਿਤੇ ਜੰਗਲ ਦੇ ਵਿੱਚ ਜਾ ਕੇ ਇੱਧਰ ਉੱਧਰ ਲੁਕ ਨਾ ਜਾਣ, ਫਿਰ ਸਾਡਾ ਮਨੋਰਥ ਵਿੱਚੇ ਰਹਿ ਜਾਏਗਾ। ਦਿਨ ਰਾਤ ਲਗਾਤਾਰ ਸਫ਼ਰ ਕਰਕੇ ਤੇ ਸਤਿਗੁਰਾਂ ਦੇ ਉੱਪਰ ਹਮਲਾ ਕਰੋ। ਤੇ ਇਹਨਾਂ ਨੇ ਬਾਦਸ਼ਾਹ ਦੇ ਹੁਕਮ ਦੇ ਮੁਤਾਬਕ ਦਿਨ ਰਾਤ ਲਗਾਤਾਰ ਸਫ਼ਰ ਕੀਤਾ ਹੈ। ਤੇ ਇੱਥੇ ਕਹਿਣ ਲੱਗੇ ਰਸਤੇ ਦੇ ਵਿੱਚ ਘੋੜਿਆਂ ਵਾਸਤੇ ਵੀ ਜਿਹੜਾ ਚੰਗਾ ਪ੍ਰਬੰਧ ਉਹਨਾਂ ਦੇ ਚਾਰੇ ਦਾ, ਉਹਨਾਂ ਦੇ ਦਾਣੇ ਦਾ ਨਹੀਂ ਹੋਇਆ ਹੈ। ਤੇ ਕਹਿਣ ਲੱਗੇ ਇਸੇ ਤਰ੍ਹਾਂ ਤਉ ਸ਼ਰਮਤ ਵੱਢ ਕੇ ਮੱਗ ਭਾਰੀ। ਰਸਤੇ ਵਿੱਚ ਲਗਾਤਾਰ ਸਫ਼ਰ ਤੈਅ ਕਰਦਿਆਂ ਹੋਇਆਂ ਭਾਰੀ ਥਕਾਵਟ ਦੇ ਵਿੱਚ ਜੋਦੇ ਹਨ। ਤੇ ਚੱਲਦੇ ਹੋਏ ਫਿਰ ਨਗਰ ਰੂਪੇ ਦੇ ਵਿੱਚ ਪਹੁੰਚੇ ਸਨ। ਇੱਥੇ ਆ ਕੇ ਪਤਾ ਲੱਗਾ ਹੈ ਕਿ 6ਵੇਂ ਪਾਤਸ਼ਾਹ ਜੀ ਇੱਥੇ ਵੀ ਨਹੀਂ ਹਨ। ਇਸੇ ਤਰ੍ਹਾਂ ਇਹ ਅੱਗੇ ਚੱਲ ਕੇ ਆਏ ਹਨ। ਤੇ ਪਰ ਇਹਨਾਂ ਨੇ ਉਹ ਜਿਹੜੇ ਨਗਰ ਸਨ, ਨਗਰ ਦੇ ਆਸ-ਪਾਸ ਦੇ ਜਿਹੜੇ ਆਗੂ ਸਨ, ਨਗਰ ਦੇ ਜਿਹੜੇ ਮੁਖੀ ਸਨ, ਉਹਨਾਂ ਨੂੰ ਇਕੱਠਿਆਂ ਕੀਤਾ ਹੈ। ਵੱਡੀ ਸੈਨਾ ਹੈ। ਕਹਿਣ ਲੱਗੇ ਕਿ ਬਹੁ ਗ੍ਰਾਮਣ ਕੇ ਆਗੂ ਲਿਆਏ। ਜਿਹੜੇ ਨਗਰਾਂ ਦੇ ਆਗੂ ਸਨ ਉਹਨਾਂ ਨੂੰ ਧੱਕੇ ਦੇ ਨਾਲ ਘਰਾਂ ਦੇ ਵਿੱਚ ਚੁੱਕ ਕੇ ਇਕੱਠੇ ਕਰਕੇ ਨਾਲ ਲੈ ਕੇ ਆਏ ਹਨ। ਤੇ ਕਹਿਣ ਲੱਗੇ ਇਹਨਾਂ ਨੂੰ ਪੁੱਛਦੇ ਹਨ ਕਿ ਭਾਈ ਦੱਸੋ ਕਿਸ ਥਲ ਤੇ ਸਤਿਗੁਰਾਂ ਦਾ ਡੇਰਾ ਹੈ। ਤੁਸੀਂ ਇਸ ਨਗਰ ਦੇ ਆਗੂ ਹੋ, ਇਹਨਾਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਹੋ, ਤੇ ਤੁਹਾਡੇ ਵਿੱਚੋਂ ਬਹੁਤ ਸਾਰੇ 6ਵੇਂ ਪਾਤਸ਼ਾਹ ਜੀ ਦੇ ਸ਼ਰਧਾਲੂ ਵੀ ਹਨ। ਇਸ ਕਰਕੇ ਸਾਨੂੰ ਦੱਸੋ ਕਿ 6ਵੇਂ ਪਾਤਸ਼ਾਹ ਜੀ ਨੇ ਡੇਰਾ ਕਿੱਥੇ ਲਾਇਆ ਹੋਇਆ ਹੈ।
ਕਿੱਥੇ ਉਹ ਤਿਆਰੀ ਕਰਕੇ ਬੈਠੇ ਹਨ। ਦਿਖਾਏ ਹੋਏ ਕਬੀਰਾ, ਇੱਕ ਵਾਰੀ ਸਾਨੂੰ ਉੱਥੇ ਲੈ ਜਾਓ ਤੇ ਸਾਨੂੰ ਦਿਖਾ ਦਵੋ ਜਿੱਥੇ ਪਾਤਸ਼ਾਹ ਜੀ ਹਨ। ਬ੍ਰਾਹਮਣ ਕੇ ਦਰ ਖੂਬ ਉਤਾਰੇ, ਤੇ ਕਹਿਣ ਲੱਗੇ ਇਸੇ ਤਰ੍ਹਾਂ ਵਾਰ-ਵਾਰ ਸਨ ਡਰਾ ਰਹੇ ਸਨ ਹਨ ਕਰ ਆਗੂ ਅਗਰ ਪਧਾਰੇ, ਤੇ ਡਰਦੇ ਹੋਏ ਕੁਝ ਜਿਹੜੇ ਨਗਰਾਂ ਦੇ ਲੋਕ ਹਨ ਇਹਨਾਂ ਸੈਨਾ ਦੇ ਅੱਗੇ ਅੱਗੇ ਚੱਲ ਕੇ ਛੇਵੇਂ ਪਾਤਸ਼ਾਹ ਜੀ ਦੀ ਦੱਸ ਪਾਉਣ ਵਾਸਤੇ ਜਿੱਧਰਲੇ ਪਾਸੇ ਇਹ ਰਾਤ ਵੇਲੇ ਉਹਨਾਂ ਦੇ ਨਾਲ ਚੱਲੇ ਹਨ। ਦਸ ਜਾਮ ਸੁਤਕ ਬਿਤਾਏ, ਤੇ ਕਹਿਣ ਲੱਗੇ ਕਿ ਹੁਣ ਤਰੋ 10 ਜਾਮ ਤਰੋ 10 ਕੈਂਤ ਪਵ 13 ਪੈਰ ਲਗਾਤਾਰ ਤਰੋ 10 ਜਾਮ ਸੋ ਚਲਤ ਬਿਤਾਏ। ਇਸ ਵੱਡੀ ਫੌਜ ਨੇ 35,000 ਸੈਨਿਕਾਂ ਨੇ ਲਗਾਤਾਰ ਚੱਲਦਿਆਂ ਹੋਇਆਂ 13 ਜਿਹੜੇ ਪੈਰ ਉਹ ਬਤੀਤ ਕੀਤੇ ਹਨ। 14 ਸਮੇਂ ਮੈਂ ਗੁਰ ਨਿਰਿਆਏ, ਤੇ 14ਵੇਂ ਪੈਰ ਦੇ ਵਿੱਚ ਇਹ ਚੱਲਦੇ ਹੋਏ ਫਿਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਨਜ਼ਦੀਕ ਪਹੁੰਚੇ ਹਨ। ਸਰਮਤ ਆਰ ਸ਼ੁੱਧ ਵਿਸਾਲੇ, ਤੇ ਕਹਿਣ ਲੱਗੇ ਪਰ ਹੁਣ ਪਹੁੰਚ ਤਾਂ ਗਏ ਹਨ ਛੇਵੇਂ ਪਾਤਸ਼ਾਹ ਜੀ ਦੇ ਕੋਲ, ਪਰ ਮਹਾ ਸ਼ਰਮਤ ਕਹਿਣ ਲੱਗੇ ਭਾਰੀ ਥਕਾਵਟ ਹੈ ਔਰ ਸ਼ੋਧਤ ਵਿਸਾਲੇ, ਬਹੁਤ ਸਾਰੇ ਭੁੱਖੇ ਵੀ ਹਨ, ਰੱਜਵਾਂ ਖਾਣਾ ਨਹੀਂ ਮਿਲਿਆ ਹੈ। ਮਹਾ ਨਰੇ ਚਰਨ ਕਰ ਲਾਗਤ ਪਾਲੇ, ਤੇ ਕਹਿਣ ਲੱਗੇ ਕਿ ਭਾਈ ਠਰੇ ਹੋਏ ਹਨ ਇਹਨਾਂ ਦੇ ਪੈਰ, ਠਰੇ ਚਰਨ ਕਰ ਲਗਤ ਪਾਲੇ, ਤੇ ਪਾਲੇ ਦੇ ਨਾਲ ਠੰਡ ਦੇ ਨਾਲ ਕੰਬ ਰਹੇ ਸਨ, ਲਗਾਤਾਰ ਸਫ਼ਰ ਤੈਅ ਕੀਤਾ ਹੈ। ਤੀਨੋਂ ਕਾਰਨ ਤੇ ਤੁਰਕਾਨਾ, ਕਹਿਣ ਲੱਗੇ 3 ਤਰੀਕਿਆਂ ਦੇ ਨਾਲ, ਇੱਕ ਤਾਂ ਭੁੱਖ ਦੇ ਸਤਾਏ ਹੋਏ ਹਨ, ਇੱਕ ਠੰਡ ਦੇ, ਇੱਕ ਲਗਾਤਾਰ ਸਫ਼ਰ ਤੈਅ ਕਰਦਿਆਂ ਸਰੀਰ ਵੀ ਬਿਲਕੁਲ ਥੱਕਿਆ ਹੋਇਆ ਹੈ। 3 ਕਾਰਨਾਂ ਕਰਕੇ ਇਹ ਅੱਤ ਦੇ ਦੁਖੀ ਹਨ। ਜਲ ਬਹੁ ਕਿਮ ਸੋਏ ਸਾਵਧਾਨਾ, ਤੇ ਕਹਿਣ ਲੱਗੇ ਇੱਧਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਸੈਨਾ ਹੈ ਉਹ ਤਾਂ ਉਡੀਕ ਕਰ ਰਹੀ ਹੈ, ਯੋਧੇ ਬਿਲਕੁਲ ਤਿਆਰ ਬਰ ਤਿਆਰ ਸਾਵਧਾਨ ਹਨ। ਵਿਆਕੁਲ ਲੱਲਾ ਬੇਗ ਜੁਤ ਸੋ ਸਰਦਾਰਾ, ਤੇ ਕਹਿਣ ਲੱਗੇ ਲੱਲਾ ਬੇਗ ਜੁਤ ਸਭ ਸਰਦਾਰਾ, ਲੱਲਾ ਬੇਗ ਵਾਰ-ਵਾਰ ਆਪਣੇ ਸਾਰੇ ਜਿਹੜੇ ਯੋਧੇ ਸਨ ਸਰਦਾਰ ਸੈਨਾਪਤੀ ਉਹਨਾਂ ਨੂੰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਇੱਕ ਵੱਡਾ ਕਰਾਰਾ ਹੱਲਾ ਕਰਨ ਵਾਸਤੇ, ਹਮਲਾ ਕਰਨ ਵਾਸਤੇ ਉਹਨਾਂ ਨੂੰ ਵਾਰ-ਵਾਰ ਪ੍ਰੇਰਦਾ ਹੈ ਕਿ ਜਿਸ ਤਰ੍ਹਾਂ ਬਾਦਸ਼ਾਹ ਨੇ ਕਿਹਾ ਹੈ ਉਸੇ ਤਰ੍ਹਾਂ ਕੀਤਾ ਜਾਵੇ, ਕਰਾਰਾ ਜਿਹੜਾ ਹਮਲਾ ਸਤਿਗੁਰਾਂ ਦੇ ਉੱਪਰ ਕੀਤਾ ਜਾਵੇ। ਲਸਕਰ ਕੋ ਹਾਲ ਵਿਚਾਰਾ, ਪਰ ਇਹਨੇ ਆਪਣੀ ਸੈਨਾ ਦਾ ਜਿਹੜਾ ਹਾਲ ਹੈ ਉਹ ਚੰਗੀ ਤਰ੍ਹਾਂ ਸਮਝਿਆ ਨਹੀਂ ਹੈ ਕਿ ਸੈਨਿਕ ਤਾਂ ਭੁੱਖ ਦੇ, ਤਰੇ ਦੇ ਤੇ ਠੰਡ ਦੇ ਸਤਾਏ ਹੋਏ ਹਨ, ਧਰੀ ਤਨ ਪਰ ਪਸਤੀਨਾ, ਪਰ ਆਪਣੇ ਤਨ ਦੇ ਵਾਸਤੇ ਇੰਨੇ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਆਪ ਧਰੀ ਤਨ ਪਰ ਪੁਸਤੀਨ, ਪੁਸਤੀਨ ਤੋਂ ਭਾਵ ਕਿ ਇੱਕ ਪੁਰਾਣੇ ਸਮੇਂ ਦੇ ਵਿੱਚ ਇੱਕ ਪਸ਼ੂ ਦੇ ਤਨ ਦਾ ਵਾਲਾਂ ਵਾਲਾ ਇੱਕ ਚਮੜਾ ਯੋਧੇ ਕਈ ਵਾਰੀ ਧਾਰਨ ਕਰਦੇ ਸਨ। ਇੱਕ ਤਾਂ ਸ਼ਸਤਰ ਤੋਂ ਵੀ ਬਚਾਅ ਹੁੰਦਾ ਸੀਗਾ ਤੇ ਠੰਡ ਤੋਂ ਵੀ। ਇੱਕ ਜਿਸ ਤਰ੍ਹਾਂ ਆਪਾਂ ਸਰੀਰ ਦੇ ਉੱਪਰ ਅੱਜ ਕੱਲ੍ਹ ਠੰਡ ਵਾਸਤੇ ਜਿਹੜੇ ਗਰਮ ਉਹ ਵੱਡੇ ਜਿਹੜੇ ਕੋਟ ਪਾਉਂਦੇ ਹਾਂ, ਇਹ ਚਮੜੇ ਦਾ ਬਣਿਆ ਹੋਇਆ ਨੀਵਾਂ ਚੋਲੇ ਦੀ ਤਰ੍ਹਾਂ ਇਸ ਤਰ੍ਹਾਂ ਦਾ ਹੁੰਦਾ ਸੀਗਾ। ਕੁਛ ਕੁ ਜਿਹੜੇ ਸੈਨਾਪਤੀ ਆਗੂ ਹਨ ਤੇ ਜਾਂ ਲੱਲਾ ਬੇਗ ਹੈ, ਇਹਨੇ ਬਹੁਤ ਵੱਡੀ ਪੁਸ਼ਾਕ ਇੱਕ ਠੰਡ ਤੋਂ ਬਚਣ ਵਾਸਤੇ ਧਾਰਨ ਕੀਤੀ ਹੈ, ਔਰ ਇਹਨੇ ਆਪਣੇ ਕੋਲ ਜਿਹੜੇ ਰਹਿਣ ਵਾਲੇ ਇਹ ਯੋਧੇ ਅੱਗੇ ਚੱਲ ਰਹੇ ਸਨ ਜਿਹੜੇ, ਇਹਨਾਂ ਨੇ ਆਪ ਤਾਂ ਸੋਹਣਾ ਜਿਹੜਾ ਖਾਣਾ ਉਹ ਥਾਂ ਥਾਂ ਤੇ ਰੋਕ ਕੇ ਤਿਆਰ ਕਰਵਾ ਕੇ ਖਾਧਾ ਹੈ। ਤੇ ਪਰ ਜਿਹੜੇ ਬਾਕੀ ਯੋਧੇ ਸਨ ਜਿਨ੍ਹਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਹੋ ਕੇ ਲੜਨਾ ਹੈ, ਉਹ 3 ਤਰੀਕਿਆਂ ਦੇ ਨਾਲ, ਇੱਕ ਭੁੱਖ ਦੇ ਸਤਾਏ, ਇੱਕ ਥੱਕੇ ਹੋਏ ਹਨ, ਇੱਕ ਠੰਡ ਦੇ ਸਤਾਏ ਹੋਏ ਹਨ। ਉਹ 3 ਕਾਰਨਾਂ ਕਰਕੇ ਮਹਾਨ ਦੁਖੀ ਹਨ। ਤੇ ਕਹਿਣ ਲੱਗੇ ਪਰ ਕਈਆਂ ਨੇ ਆ ਕੇ ਲੱਲਾ ਬੇਗ ਨੂੰ ਬੇਨਤੀ ਕੀਤੀ ਹੈ ਕਿ ਭਾਈ ਆਪਾਂ ਕੁਝ ਸਮਾਂ ਠਹਿਰ ਜਾਈਏ, ਹੌਲੀ ਚੱਲੀਏ, ਜਾਂ ਸਾਨੂੰ ਕੁਝ ਸਮਾਂ ਹੋਰ ਦਿੱਤਾ ਜਾਵੇ।
ਪਰ ਲੱਲਾ ਬੇਗ ਵਾਰ-ਵਾਰ ਕਹਿ ਰਿਹਾ ਹੈ ਕਿ ਬਾਦਸ਼ਾਹ ਦਾ ਹੁਕਮ ਸੀਗਾ ਕਿ ਰਸਤੇ ਦੇ ਵਿੱਚ ਬਹੁਤਾ ਸਮਾਂ ਰੁਕਣਾ ਨਹੀਂ, ਲਗਾਤਾਰ ਚੱਲਣਾ ਹੈ ਤੇ ਛੇਵੇਂ ਪਾਤਸ਼ਾਹ ਜੀ ਦੇ ਉੱਪਰ ਬਿਨਾਂ ਸਮਾਂ ਗਵਾਏ ਹੋਏ ਇੱਕ ਤਗੜਾ ਹਮਲਾ ਕਰਨਾ ਹੈ। ਵੱਡੀ ਸੈਨਾ ਦੇ ਕੇ ਤੋੜਿਆ ਬਾਦਸ਼ਾਹ ਨੇ। ਇਸ ਕਰਕੇ ਲੱਲਾ ਬੇਗ ਨੇ ਕਿਸੇ ਦੀ ਗੱਲ ਨਹੀਂ ਮੰਨੀ ਔਰ ਲਗਾਤਾਰ ਨਗਾਰੇ ਵਜਾਉਂਦਾ ਹੋਇਆ ਵੱਡੀ ਸੈਨਾ ਥੱਕੀ ਹੋਈ ਜਿਹੜੀ ਹੈ ਉਹਨੂੰ ਲਗਾਤਾਰ ਤੋੜ ਰਿਹਾ ਸੀਗਾ। ਕਹਿਣ ਲੱਗੇ ਬਾਦਸ਼ਾਹ ਚਾਹੁੰਦਾ ਹੈ ਕਾਲੀ ਦੇ ਨਾਲ, ਤੇਜ਼ੀ ਦੇ ਨਾਲ ਚਾਲਾ ਪਾ ਕੇ ਹੱਲਾ ਕੀਤਾ ਜਾਵੇ। ਤੇ ਕਹਿਣ ਲੱਗੇ ਅਤਿਅੰਤ ਦੁਖੀ ਹੈ, ਪਰਮ ਦੁਖੀ ਕਰ ਲਸ਼ਕਰ ਲਿਆਏ। ਬਹੁਤ ਜ਼ਿਆਦਾ ਦੁਖੀ ਜਿਹੜਾ ਲਸ਼ਕਰ ਹੈ। ਅਗਲੇ ਯੋਧੇ ਤਾਂ ਉਹਨਾਂ ਦੇ ਵਾਸਤੇ ਵਸਤਰਾਂ ਦਾ ਵੀ ਪ੍ਰਬੰਧ ਸੀਗਾ ਤੇ ਖਾਣ ਪੀਣ ਦਾ ਵੀ। ਜਿਹੜਾ ਏਡਾ ਵੱਡਾ ਕਾਫਲਾ, ਏਡੀ ਵੱਡੀ ਜਿਹੜੀ ਸੈਨਾ ਪਿੱਛੇ ਆ ਰਹੀ ਸੀ, ਉਹਨਾਂ ਵਾਸਤੇ ਕੋਈ ਚੰਗਾ ਪ੍ਰਬੰਧ ਨਹੀਂ ਹੋਇਆ। ਉਹਨਾਂ ਦੇ ਹੌਸਲੇ ਟੁੱਟ ਗਏ ਹਨ। ਪਰਮ ਦੁਖੀ ਕਰ ਲਸ਼ਕਰ ਲਿਆਏ। ਕਹਿਣ ਲੱਗੇ ਬਹੁਤ ਜ਼ਿਆਦਾ ਦੁਖੀ ਹਨ ਜਿਹੜਾ ਇਹ ਵੱਡਾ ਲਸ਼ਕਰ ਲੈ ਕੇ ਆਇਆ ਹੈ। ਤੇ ਕਹਿਣ ਲੱਗੇ ਜਦੋਂ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ 100 ਜਰਨੈਲ ਜਿਹੜਾ ਮਹਾਰਾਜ ਦੇ ਦੁਆਲੇ ਦੁਆਲੇ ਖੜਾ ਸੀਗਾ ਘੋੜਿਆਂ ਤੇ ਬਿਲਕੁਲ ਸਵਾਰ, ਜਦੋਂ ਇਹ ਚੱਲਦੇ ਹੋਏ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਿਕਾਣੇ ਦੇ ਕੋਲ ਆਏ ਤੇ ਇਹ ਉਹਨਾਂ ਯੋਧਿਆਂ ਦੇ ਕੋਲ ਪਹੁੰਚੇ ਜਿਹੜੇ ਯੋਧੇ ਸਤਿਗੁਰਾਂ ਦੇ ਵੱਲੋਂ ਭੇਜੇ ਹੋਏ ਖਬਰ ਲੈਣ ਵਾਸਤੇ, ਸੁੱਧ ਲੈਣ ਵਾਸਤੇ ਕਿ ਸੈਨਾ ਕਿਹੜੇ ਪਾਸੋਂ ਆ ਰਹੀ ਹੈ। ਜਿਹੜੇ ਖੜੇ ਸਨ ਇਹ ਉਹਨਾਂ ਦੇ ਕੋਲ ਪਹੁੰਚੇ ਹਨ। ਤੇ ਕਹਿਣ ਲੱਗੇ ਜਦੋਂ ਹੀ ਇਹ ਘੋੜਿਆਂ ਤੇ ਚੜ੍ਹ ਕੇ ਤੇ ਵਾਗਾਂ ਖਿੱਚ ਕੇ ਆ ਰਹੇ ਸਨ, ਅਚਨਚੇਤ ਇਹ ਚੱਲਦੇ ਹੋਏ ਉਧਰਲੇ ਪਾਸੇ ਜਾ ਰਹੇ ਸਨ। ਤੇ ਕਹਿਣ ਲੱਗੇ ਤਿਆਰ ਤੋਂ ਫੰਗਨ ਸਲਖ ਚਲਾਏ। ਉਸੇ ਵੇਲੇ ਜਦੋਂ ਫਿਰ ਇਹ ਸੈਨਿਕ ਨੇੜੇ ਆਏ ਹਨ, ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੂਰਮੇ ਤਾਂ ਪਹਿਲਾਂ ਹੀ ਤਿਆਰ ਸਨ। ਕਹਿਣ ਲੱਗੇ ਤਿਆਰ ਤੋਂ ਫੰਗਨ ਸਲਖ ਚਲਾਏ। ਇਹਨਾਂ ਨੇ ਦੂਰੀਆਂ ਦੂਰੀਆਂ ਗੋਲੀਆਂ ਭਰੀਆਂ ਹੋਈਆਂ ਸਨ ਬੰਦੂਕਾਂ ਦੇ ਵਿੱਚ ਤੇ ਘੋੜਿਆਂ ਤੇ ਸਵਾਰ ਬਿਲਕੁਲ ਆਸ-ਪਾਸ ਮਹਾਰਾਜ ਦੇ ਖੜੇ ਸਨ। ਤੇ ਜਦੋਂ ਇਹਨਾਂ ਨੇ ਮਿਸਾਲਾਂ ਜਗਦੀਆਂ ਹੋਈਆਂ ਦੇਖੀਆਂ ਤੇ ਆਵਾਜ਼ ਸੁਣੀ ਨਗਾਰੇ ਦੀ, ਤੇ ਜਦੋਂ ਇਹ ਜਰਾ ਕੋ ਨੇੜੇ ਹੋਏ ਹਨ, ਹੈ ਉਸ ਵੇਲੇ ਰਾਤ ਸੀਗੀ, ਤੇ ਕਹਿਣ ਲੱਗੇ ਜਿਹੜੇ ਗੁਰੂ ਕੇ ਯੋਧੇ ਉਹ ਇਕੱਠੇ ਹੋ ਗਏ ਹਨ ਉਧਰਲੇ ਪਾਸੇ। ਤਿਆਰ ਤਫੰਗਨ ਸਲਖ ਚਲਾਏ। ਇੱਕੇ ਦਮ ਜ਼ੋਰਦਾਰ ਉਹਨਾਂ ਬਾਹਰੀ ਜਿਹੜੇ ਗੁਰੂ ਕੇ ਯੋਧੇ ਖੜੇ ਹਨ ਉਹਨਾਂ ਨੇ ਇੱਕ ਵੱਡਾ ਪ੍ਰਹਾਰ ਕੀਤਾ ਹੈ। ਕਹਿਣ ਲੱਗੇ ਕੜਾ ਕਾੜ ਇੱਕੇ ਦਮ ਸਾਹਮਣੇ ਪਾਸਿਓਂ ਮੱਚੀ ਹੈ। ਕੜਾ ਕਾੜ ਜਬ ਇਕੱਠੀ ਛੋੜੀ, ਇੱਕੇ ਦਮ ਹੱਲਾ ਕੀਤਾ ਹੈ। ਤੇ ਬਹੁਤ ਵੱਡੀ ਗਿਣਤੀ ਜੋ ਗੁਰੂ ਕੇ ਯੋਧੇ ਨੇ ਰਾਤ ਵੇਲੇ, ਇਹਨਾਂ ਨੂੰ ਆਸ ਨਹੀਂ ਸੀਗੀ ਕਿ ਗੁਰੂ ਕੇ ਯੋਧੇ ਰਾਤ ਵੇਲੇ ਬਿਲਕੁਲ ਤਿਆਰ ਬਰ ਤਿਆਰ ਹੋਣਗੇ। ਇਹ ਸਮਝਦੇ ਸਨ ਕਿ ਭਾਈ ਉਹ ਆਵੇਸ਼ ਲਿਆਉਣਗੇ ਕਿ ਭਾਈ ਯੁੱਧ ਤਾਂ ਸਵੇਰੇ ਹੀ ਹੋਣਾ ਹੈ, ਸੁਬਾਹ ਹੀ ਹੋਏਗਾ। ਪਰ ਗੁਰੂ ਕੇ ਯੋਧਿਆਂ ਨੇ ਆਉਂਦੇ ਹੀ ਇਹਨਾਂ ਨੂੰ ਦੇਖਿਆ ਹੈ, ਇੱਕੇ ਦਮ ਵੱਡਾ ਹਮਲਾ ਕਰ ਦਿੱਤਾ ਹੈ। ਤੇ ਕਹਿਣ ਲੱਗੇ ਵੱਡੀ ਗਿਣਤੀ ਵਿੱਚ ਅਗਲੇ ਜਿਹੜੇ ਮਸਾਲਚੀ ਸਨ, ਨਗਾਰੇ ਵਜਾਉਣ ਵਾਲੇ ਜਿਹੜੇ ਅੱਗੇ ਅੱਗੇ ਚੱਲ ਰਹੇ ਸਨ, ਗੇਰੇ ਕਿਤ ਘਰੇ ਪਲਾਗਤ ਗੋਰੀ। ਉਸੇ ਵੇਲੇ ਨਗਾਰਿਆਂ ਦੀ ਗੂੰਜ ਬੰਦ ਹੋ ਗਈ ਹੈ, ਮਿਸਾਲਾਂ ਬੁੱਝ ਗਈਆਂ ਹਨ। ਅਗਲਾ ਜਿਹੜਾ ਦਲ ਹੈ ਝਾਟੀ ਗੁਰੂ ਕੇ ਲਾਲਾ ਨੇ ਡੇਗ ਦਿੱਤਾ ਹੈ। ਤੇ ਜਿਹੜਾ ਲਸ਼ਕਰ ਵੱਡੀ ਗਿਣਤੀ ਵਿੱਚ ਹੰਕਾਰ ਦੇ ਵਿੱਚ ਆ ਰਿਹਾ ਸੀਗਾ, ਇੰਝ ਲੱਗਿਆ ਹੈ ਕਿ ਜਿਵੇਂ ਉਹਨਾਂ ਦਾ ਮੁੱਖ ਤੋੜ ਦਿੱਤਾ ਹੋਵੇ, ਉਹਨਾਂ ਦਾ ਮੂੰਹ ਤੋੜ ਦਿੱਤਾ ਹੋਵੇ ਵੱਡੇ ਲਸ਼ਕਰ ਦਾ। ਆਵਤ ਲਸ਼ਕਰ ਕੋ ਮੁਖ ਤੋੜਾ, ਵੱਡੇ ਲਸ਼ਕਰ ਦਾ ਮੂੰਹ ਇੱਕ ਵਾਰੀ ਭੱਜਿਆ ਹੈ। ਤੇ ਕਹਿਣ ਲੱਗੇ ਕਿ ਹੁਣ ਦਿਖਤ ਨਾ ਜਾਮਨ ਤੇ ਤਮ ਘੋੜਾ। ਇਹਨਾਂ ਨੂੰ ਅਗਲੇ ਪਾਸਿਓਂ ਨਜ਼ਰ ਕੋਈ ਨਹੀਂ ਆ ਰਿਹਾ। ਗਰੀਬ ਨਿਵਾਜ ਸਤਿਗੁਰਾਂ ਦੇ ਯੋਧੇ ਬਿਲਕੁਲ ਤਿਆਰ ਬਰ ਤਿਆਰ ਸਨ ਤੇ ਇਹ ਸਹਿਜ ਸੁਭਾਵਿਕ ਚੱਲਦੇ ਆ ਰਹੇ ਸਨ। ਕਹਿਣ ਲੱਗੇ ਕਿ ਭਾਈ ਉਸ ਵੇਲੇ ਰਾਤ ਦਾ ਸਮਾਂ ਹੈ ਤੇ ਘੁੱਪ ਹਨੇਰਾ ਹੈ। ਗੁਰੂ ਕੇ ਸਿੱਖਾਂ ਨੇ ਸਾਹਮਣੇ ਤਿਆਰੀ ਕੀਤੀ ਹੈ, ਵੱਡਾ ਹਮਲਾ ਕੀਤਾ ਹੈ ਕਿ ਅਸੀਂ ਹਮਲਾ ਕਿੱਥੇ ਕਰੀਏ, ਨਿਸ਼ਾਨਾ ਕਿੱਥੇ ਲਾਈਏ, ਕਿਉਂਕਿ ਗੁਰੂ ਕੇ ਸਿੱਖਾਂ ਨੇ ਅੱਗੋਂ ਮਿਸਾਲਾਂ ਬੁਝਾ ਕਰਕੇ
ਔਰ ਬੜੇ ਢੰਗ ਦੇ ਨਾਲ ਤਰੀਕੇ ਦੇ ਨਾਲ ਰਾਤ ਵੇਲੇ ਹਮਲਾ ਕੀਤਾ ਹੈ ਕਿ ਇਹਨਾਂ ਨੂੰ ਪਤਾ ਨਾ ਲੱਗ ਸਕੇ। ਹੁਣ ਇਹ ਅੱਗੋਂ ਹਮਲਾ ਕਰਨ ਵਾਸਤੇ ਜਗ੍ਹਾ ਲੱਭਦੇ ਹਨ ਔਰ ਲੱਲਾ ਬੇਗ ਫਿਰ ਜਾਣ ਗਿਆ ਹੈ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜੇ ਉਹਨਾਂ ਦੀ ਸੈਨਾ ਇਹ ਹੈ ਤੇ ਸਤਿਗੁਰੂ ਜੀ ਵੀ ਨੇੜੇ ਹੀ ਹੋਣਗੇ। ਤੇ ਕਹਿਣ ਲੱਗਾ ਉਸੇ ਵੇਲੇ ਝਾਰ ਮਤਾਬੀ ਜਾਰੇ ਮਹਾ, ਵੱਡੀ ਗਿਣਤੀ ਦੇ ਵਿੱਚ ਝਾਟੀ ਇਹਨਾਂ ਨੇ ਦੁਬਾਰਾ ਫਿਰ ਜਿਹੜੀਆਂ ਮਿਸਾਲਾਂ ਜਗਾ ਲਈਆਂ ਤਾਂ ਕਿ ਜਿਹੜਾ ਗੁਰੂ ਕਾ ਦਲ ਹੈ ਕੁਛ ਕੋ ਚਾਨਣ ਹੋ ਸਕੇ, ਇੱਕ ਦੂਜੇ ਨੂੰ ਸੰਭਾਲ ਸਕੀਏ ਤੇ ਤਿਆਰ ਬਰ ਤਿਆਰ ਹੋ ਸਕੀਏ, ਸੰਭਲ ਜਾਈਏ। ਇਹਨਾਂ ਨੇ ਇੱਕਦਮ ਮਿਸਾਲਾਂ ਜਗਾਈਆਂ ਹਨ। ਵੱਡੀ ਗਿਣਤੀ ਦੇ ਵਿੱਚ ਝਾਟੀ ਫਿਰ ਦੁਬਾਰਾ ਮਿਸਾਲਾਂ ਜਗੀਆਂ ਹਨ। ਕਹਿਣ ਲੱਗੇ ਫਿਰ ਦਿਨ ਚੜ ਗਿਆ ਹੈ ਇੱਕ ਹਿਸਾਬ ਦੇ ਨਾਲ, ਇੰਨੀ ਵੱਡੀ ਗਿਣਤੀ 'ਚ ਮਿਸਾਲਾਂ ਜਗੀਆਂ, ਇੱਕ ਵਾਰੀ ਆਸ-ਪਾਸ ਸਾਰਾ ਕੁਛ ਇਹਨਾਂ ਨੂੰ ਦਿਸਣ ਲੱਗ ਪਿਆ ਹੈ ਔਰ ਇਹ ਫਿਰ ਕਿਵੇਂ ਆਪਣੇ ਆਪ ਨੂੰ ਸੰਭਾਲਦੇ ਹਨ ਤੇ ਅਗਲੀ ਕੀ ਰਣਨੀਤੀ ਘੜਦੇ ਹਨ ਕਿ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਸੈਨਾ ਨੂੰ ਘੇਰ ਕੇ ਖਤਮ ਕੀਤਾ ਜਾਵੇ। ਕਿਵੇਂ ਇਹ ਅਗਲੀ ਰਣਨੀਤੀ ਬਣਾ ਕੇ ਸਤਿਗੁਰਾਂ ਦਾ ਮੁਕਾਬਲਾ ਕਰਦੇ ਹਨ ਤੇ ਗਰੀਬਨ ਆਵਾਜ਼ ਫਿਰ ਅੱਗੋਂ ਕਿਵੇਂ ਇਹਨਾਂ ਦਾ ਟਾਕਰਾ ਕਰਦੇ ਹਨ। ਅਗਲਾ ਜਿਹੜਾ ਪ੍ਰਸੰਗ ਹੈ ਅਗਲੇਰੇ ਦਿਨਾਂ ਦੇ ਵਿੱਚ ਆਪਾਂ ਇਹ ਤੀਸਰਾ ਯੁੱਧ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰਵਣ ਕਰਾਂਗੇ ਕਿ ਕਿਸ ਢੰਗ ਦੇ ਨਾਲ ਸਤਿਗੁਰਾਂ ਨੇ ਇਹ ਬਹੁਤ ਵੱਡੀ ਸੈਨਾ ਦਾ ਟਾਕਰਾ ਕੀਤਾ ਔਰ ਕੀ ਇਹਦਾ ਨਤੀਜਾ ਹੋਏਗਾ। ਆਪ ਸਮੂਹ ਸੰਗਤ ਦਾ ਸ਼ੁਕਰਾਨਾ ਧੰਨਵਾਦ ਜੀ। ਆਓ ਸਰਬੱਤ ਦੇ ਭਲੇ ਵਾਸਤੇ ਆਪਾਂ ਸਿਮਰਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਭਾਵਨਾ ਸਹਿਤ ਸਾਰੀ ਸੰਗਤ ਕੁਝ ਕੁ ਸਮੇਂ ਵਾਸਤੇ ਸਿਮਰਨ ਦੇ ਵਿੱਚ ਹਾਜ਼ਰੀ ਭਰੋ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਤੇਰੇ ਪਤ ਦਾ ਭਲਾ ਹੇ ਗੋਬਿੰਦ ਹੇ ਗੋਬਿੰਦ ਹੇ ਦਇਆਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਥ ਅਗਮ ਪੂਰਨ ਮੋਹਿ ਮਇਆ ਅੰਧਕੂਪ ਮਹਾਪਿਆਨ ਨਾਨਕ ਪਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।